ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਮੇਰਾ ਨਾਮ ਨਲੇਸ਼ ਹੈ। ਅੱਜ ਮੈਂ ਤੁਹਾਡੇ ਨਾਲ ਇੱਕ ਆਪਣੀ ਅਜਿਹੀ ਗਲਤੀ ਦੀ ਕਹਾਣੀ ਸ਼ੇਅਰ ਕਰਨ ਜਾ ਰਿਹਾ ਜੋ ਮੈਂ ਕਈ ਸਾਲ ਪਹਿਲਾਂ ਕੀਤੀ ਸੀ। ਯਕੀਨਨ ਤੁਹਾਨੂੰ ਮੇਰੀ ਇਸ ਗਲਤੀ 'ਤੇ ਬਹੁਤ ਗੁੱਸਾ ਆਵੇਗਾ। ਆਖਰਕਾਰ ਮੇਰੀ ਗਲਤੀ ਹੀ ਕੁਝ ਅਜਿਹੀ ਸੀ। ਮੈਂ ਪਿੰਡ ਦੇ ਰਹਿਣ ਵਾਲਾ ਸੀ ਅਤੇ ਮੇਰੇ ਅੱਗੇ ਪਿੱਛੇ ਕੋਈ ਵੀ ਨਹੀਂ ਸੀ, ਜਾਂ ਕਹਿ ਲਵੋ ਕਿ ਮੈਂ ਲਵਾਰਿਸ ਸੀ। ਜਦੋਂ ਮੈਂ ਹੋਸ਼ ਸੰਭਾਲਿਆ ਤਾਂ ਮੈਂ ਆਪਣੇ ਆਪ ਨੂੰ ਇੱਕ ਛੋਟੇ ਜਿਹੇ ਪਿੰਡ ਵਿੱਚ ਪਾਇਆ। ਮੇਰੇ ਚਾਚਾ ਜੀ ਮੇਰੇ ਨਾਲ ਰਹਿੰਦੇ ਸੀ। ਚਾਚਾ ਜੀ ਦਾ ਪਰਿਵਾਰ ਵੀ ਸੀ। ਉਹਨਾਂ ਦੀਆਂ 3 ਬੇਟੀਆਂ ਸੀ। ਉਹ ਹਮੇਸ਼ਾ ਪਰੇਸ਼ਾਨ ਰਹਿੰਦੇ ਸੀ। ਮੈਂ ਪਿੰਡ ਵਿੱਚ ਇੱਧਰ ਉੱਧਰ ਭਟਕਦਾ ਰਹਿੰਦਾ ਸੀ। ਮੇਰਾ ਖਿਆਲ ਰੱਖਣ ਵਾਲਾ ਕੋਈ ਨਹੀਂ ਸੀ। ਜੇ ਕਿਸੇ ਦੇ ਘਰ ਜੇ ਕੋਈ ਕੰਮ ਵਿਗੜ ਜਾਂਦਾ ਤਾਂ ਲੋਕ ਮੇਰੀ ਬਾਂਹ ਫੜ ਕੇ ਮੇਰੇ ਚਾਚਾ ਜੀ ਦੇ ਕੋਲ ਲੈ ਆਉਂਦੇ ਸੀ ਅਤੇ ਉਹਨਾਂ ਨੂੰ ਮੇਰੀ ਸ਼ਿਕਾਇਤ ਕਰਦੇ। ਚਾਚਾ ਜੀ ਕਹਿੰਦੇ ਕਿ ਤੁਸੀਂ ਇਸ ਦੀ ਸ਼ਿਕਾਇਤ ਮੇਰੇ ਕੋਲ ਕਿਉਂ ਲੈ ਕੇ ਆਉਂਦੇ ਹੋ? ਮੈਂ ਤਾਂ ਪਹਿਲਾਂ ਹੀ ਆਪਣੇ ਪਰਿਵਾਰ ਦੀ ਵਜ੍ਹਾ ਕਰਕੇ ਬਹੁਤ ਪਰੇਸ਼ਾਨ ਰਹਿੰਦਾ ਹਾਂ। ਉੱਪਰੋਂ ਵੱਡੇ ਭਰਾ ਨੇ ਆਪਣੀ ਜ਼ਿੰਮੇਵਾਰੀ ਵੀ ਮੇਰੇ 'ਤੇ ਸੁੱਟ ਦਿੱਤੀ। ਮੇਰੇ ਤੋਂ ਇਸ ਦੀ ਜ਼ਿੰਮੇਵਾਰੀ ਨਹੀਂ ਚੁੱਕੀ ਜਾਂਦੀ। ਮਹਿੰਗਾਈ ਦੇ ਜ਼ਮਾਨੇ 'ਚ ਮੈਂ ਆਪਣੇ ਪਰਿਵਾਰ ਨੂੰ ਕਿਵੇਂ ਪਾਲ ਰਿਹਾ ਉਹ ਮੈਂ ਹੀ ਜਾਣਦਾ। ਪਿੰਡ ਦੇ ਲੋਕ ਚਾਚਾ ਜੀ ਨੂੰ ਕਹਿੰਦੇ ਸੀ ਕਿ ਤੂੰ ਕਿਹੋ ਜਿਹਾ ਆਦਮੀ ਆ, ਇਹ ਤੇਰਾ ਭਤੀਜਾ ਤੁਹਾਡੇ ਪਰਿਵਾਰ ਦਾ ਹਿੱਸਾ, ਤੈਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ। ਇਸ ਦੀ ਪਰਵਰਿਸ਼ ਬਿਲਕੁਲ ਆਪਣੇ ਬੱਚਿਆਂ ਦੀ ਤਰ੍ਹਾਂ ਕਰਨੀ ਚਾਹੀਦੀ ਆ। ਪਰ ਚਾਚਾ ਜੀ ਸੀ ਜੋ ਕਿ ਮੈਨੂੰ ਬਹੁਤ ਨਫ਼ਰਤ ਕਰਦੇ ਸੀ। ਕਦੇ ਉਹਨਾਂ ਨੇ ਮੇਰੇ ਨਾਲ ਢੰਗ ਨਾਲ ਗੱਲ ਨਾ ਕੀਤੀ। ਇੱਧਰ ਉੱਧਰ ਭੜਕਦਾ ਰਹਿੰਦਾ ਤਾਂ ਲੋਕ ਮੈਨੂੰ ਆਪਣੇ ਘਰ ਦਾ ਬਚਿਆ ਖੁਚਿਆ ਖਾਣਾ ਦੇ ਦਿੰਦੇ ਸੀ। ਚਾਚੀ ਤਾਂ ਮੈਨੂੰ ਇੱਕ ਵਕਤ ਦੀ ਰੋਟੀ ਤੱਕ ਵੀ ਨਹੀਂ ਦਿੰਦੀ ਸੀ। ਬਚਪਨ 'ਚ ਮੈਂ ਕਿਸੇ ਨਾਲ ਕੋਈ ਸ਼ਿਕਾਇਤ ਵੀ ਨਹੀਂ ਕਰ ਸਕਦਾ ਸੀ, ਕਿਉਂਕਿ ਮੈਂ ਉਸ ਵਕਤ ਬਹੁਤ ਛੋਟਾ ਸੀ, ਇਸ ਲਈ ਜ਼ਿਆਦਾ ਕੁਝ ਜਾਣਦਾ ਵੀ ਨਹੀਂ ਸੀ। ਪਰ ਜਿਵੇਂ ਜਿਵੇਂ ਮੈਂ ਹੋਸ਼ ਸੰਭਾਲਿਆ ਉਵੇਂ ਉਵੇਂ ਮੈਨੂੰ ਹਰ ਚੰਗੀ ਮਾੜੀ ਗੱਲ ਸਮਝ ਆਉਂਦੀ ਗਈ। ਫਿਰ ਮੈਨੂੰ ਪਤਾ ਲੱਗਿਆ ਕਿ ਇਹ ਲੋਕ ਮੇਰੇ ਨਾਲ ਕੀ ਕੀ ਕਰਦੇ ਆ। ਮੇਰੀ ਉਮਰ 15 ਸਾਲ ਦੀ ਹੋ ਗਈ ਜਦੋਂ ਇੱਕ ਦਿਨ ਚਾਚਾ ਜੀ ਨੇ ਮੇਰੇ ਤੋਂ ਤੰਗ ਆ ਕੇ ਮੈਨੂੰ ਸ਼ਹਿਰ ਭੇਜਣ ਦਾ ਫੈਸਲਾ ਕਰ ਲਿਆ। ਮੈਂ ਸ਼ਹਿਰ ਨਹੀਂ ਜਾਣਾ ਚਾਹੁੰਦਾ ਸੀ। ਆਖਰ ਉਹ ਮੈਨੂੰ ਸ਼ਹਿਰ ਕਿਉਂ ਭੇਜਣਾ ਚਾਹੁੰਦੇ ਸੀ ਇਹ ਤਾਂ ਮੈਂ ਨਹੀਂ ਜਾਣਦਾ ਸੀ। ਪਰ ਜੋ ਲੋਕ ਮੈਨੂੰ ਸ਼ਹਿਰ ਲਿਜਾਣਾ ਚਾਹੁੰਦੇ ਸੀ ਉਹਨਾਂ ਨੇ ਚਾਚਾ ਜੀ ਨੂੰ ਕਾਫੀ ਸਾਰੇ ਪੈਸੇ ਦਿੱਤੇ ਸੀ। ਚਾਚਾ ਜੀ ਨੇ ਪੈਸਿਆਂ ਨੂੰ ਲੈ ਕੇ ਬਹੁਤ ਖੁਸ਼ ਹੋ ਗਏ। ਚਾਚਾ ਜੀ ਨੇ ਉਹਨਾਂ ਨੂੰ ਕਿਹਾ ਕਿ ਕੱਲ੍ਹ ਨੂੰ ਇਸ ਮੁੰਡੇ ਨੂੰ ਆਪਣੇ ਨਾਲ ਲੈ ਕੇ ਜਾਇਓ। ਇਹ ਸੁਣ ਕੇ ਮੈਂ ਤਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਮੈਂ ਨਹੀਂ ਜਾਵਾਂਗਾ, ਪਰ ਚਾਚਾ ਜੀ ਨੇ ਮੇਰੀ ਇੱਕ ਨਾ ਸੁਣੀ। ਉਹ ਆਪਣੀ ਜਿੱਦ 'ਤੇ ਡਟੇ ਰਹੇ। ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਆਖਰ ਚਾਚਾ ਜੀ ਕੀ ਕਰਨਾ ਚਾਹੁੰਦੇ ਆ। ਮੈਂ ਰਾਤ ਨੂੰ ਚਾਚਾ ਜੀ ਅਤੇ ਚਾਚੀ ਨੂੰ ਆਪਸ ਵਿੱਚ ਗੱਲ ਕਰਦੇ ਹੋਏ ਸੁਣਿਆ। ਉਹ ਦੋਨੋਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਨਲੇਸ਼ ਨੂੰ ਕੱਲ੍ਹ ਨੂੰ ਸ਼ਹਿਰ ਭੇਜਣ ਤੋਂ ਬਾਅਦ ਸਾਡੀ ਜ਼ਿੰਦਗੀ ਬਦਲ ਜਾਵੇਗੀ। ਜਿਸ ਬੰਗਲੇ ਵਿੱਚ ਇਸ ਨੂੰ ਜੌਬ ਨੌਕਰੀ ਕਰਨ ਦੇ ਲਈ ਭੇਜ ਰਹੇ ਹਾਂ ਉੱਥੇ ਹਜ਼ਾਰਾਂ ਰੁਪਏ ਕਮਾ ਲਿਆ ਕਰੇਗਾ। ਅਸੀਂ ਤਾਂ ਬਹੁਤ ਮਜ਼ੇ ਵਿੱਚ ਰਵਾਂਗੇ। ਆਖਰਕਾਰ ਸਾਡੀ ਜ਼ਿੰਦਗੀ ਇਸ ਨਖਰੇ ਵੀ ਤਾਂ ਆਪਾਂ ਹੀ ਚੁੱਕੇ ਆ। ਚਾਚੀ ਵੀ ਬਹੁਤ ਖੁਸ਼ ਹੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਪੈਸੇ ਜੋੜ ਕੇ ਸਭ ਤੋਂ ਪਹਿਲਾਂ ਆਪਾਂ ਵੱਡੀ ਬੇਟੀ ਦਾ ਵਿਆਹ ਕਰਾਂਗੇ ਅਤੇ ਅਸੀਂ ਆਪਣੇ ਘਰ ਵਿੱਚ ਸਾਰੀਆਂ ਫੈਸਿਲਿਟੀਜ਼ ਮੌਜੂਦ ਕਰਾਂਗੇ। ਪਰ ਜੇ ਤੁਸੀਂ ਵੀ ਉਸ ਨਾਲ ਸ਼ਹਿਰ ਵਿੱਚ ਨੌਕਰੀ ਕਰਨ ਲੱਗ ਜਾਵੋ ਤਾਂ ਕਿੰਨਾ ਚੰਗਾ ਹੋਵੇਗਾ ਅਤੇ ਪੈਸੇ ਜ਼ਿਆਦਾ ਆਉਣਗੇ। ਚਾਚਾ ਜੀ ਇਸ ਗੱਲ 'ਤੇ ਚਾਚੀ ਨਾਲ ਲੜਨ ਲੱਗ ਗਏ। ਉਹਨਾਂ ਨੇ ਕਿਹਾ ਕਿ ਤੂੰ ਪਾਗਲ ਹੋ ਗਈ ਆ। ਮੈਂ ਆਪਣੀ ਮਿਹਨਤ ਤੋਂ ਬਚਣ ਦੇ ਲਈ ਤਾਂ ਨਲੇਸ਼ ਨੂੰ ਸ਼ਹਿਰ ਭੇਜਣ ਦੀ ਜ਼ਿੰਮੇਵਾਰੀ ਲਈ ਆ। ਇੱਥੇ ਮਿਹਨਤ ਕਰਕੇ ਮੈਨੂੰ ਇੰਨੇ ਪੈਸੇ ਨਹੀਂ ਮਿਲਦੇ ਜਿੰਨੇ ਸ਼ਹਿਰ ਵਿੱਚ ਜਾ ਕੇ ਕਮਾ ਲਵੇਗਾ। ਤੂੰ ਹੁਣ ਕੀ ਚਾਹੁੰਦੀ ਆ ਕਿ ਮੈਂ ਵੀ ਸ਼ਹਿਰ ਚਲਾ ਜਾਵਾਂ? ਫਿਰ ਤੁਹਾਡਾ ਕੀ ਹੋਵੇਗਾ? ਤੁਸੀਂ ਇੱਥੇ ਇਕੱਲੇ ਰਹਿ ਜਾਓਗੇ। ਚਾਚੇ ਦੀ ਗੱਲ ਸੁਣ ਕੇ ਚਾਚੀ ਚੁੱਪ ਹੋ ਗਈ। ਉਹਨਾਂ ਨੂੰ ਹਮੇਸ਼ਾ ਪੈਸਿਆਂ ਦਾ ਲਾਲਚ ਰਹਿੰਦਾ ਸੀ। ਫਿਰ ਮੈਂ ਉਹਨਾਂ ਦੇ ਸਾਹਮਣੇ ਚਲਾ ਗਿਆ ਅਤੇ ਮੈਂ ਕਿਹਾ ਮੈਂ ਸ਼ਹਿਰ ਨਹੀਂ ਜਾਵਾਂਗਾ। ਤੁਸੀਂ ਮੈਨੂੰ ਆਪਣੇ ਤੋਂ ਦੂਰ ਕਿਉਂ ਕਰਨਾ ਚਾਹੁੰਦੇ ਹੋ? ਤੁਸੀਂ ਚਾਹੁੰਦੇ ਹੋ ਕਿ ਮੈਂ ਸ਼ਹਿਰ ਜਾ ਕੇ ਕੰਮ ਕਰਾਂ? ਮੈਂ ਉੱਥੇ ਇਕੱਲਾ ਨਹੀਂ ਜਾਵਾਂਗਾ। ਚਾਚਾ ਜੀ ਕਹਿਣ ਲੱਗੇ ਹੋਰ ਕੀ ਤੇ ਮੈਂ ਤੇਰੇ ਨਾਲ ਵੱਜ ਜਾਵਾਂ? ਤੇਰੀ 15 ਸਾਲ ਦੀ ਉਮਰ ਹੋ ਗਈ ਆ। ਪਤਾ ਨਹੀਂ ਕਦੋਂ ਤੋਂ ਅਸੀਂ ਤੇਰਾ ਖਰਚਾ ਚੁੱਕ ਰਹੇ ਹਾਂ। ਤੇਰੇ ਪਾਪਾ ਤਾਂ ਤੈਨੂੰ ਸਾਡੇ ਹਵਾਲੇ ਕਰਕੇ ਚਲੇ ਗਏ। ਉਹਨਾਂ ਨੇ ਇਹ ਵੀ ਨਹੀਂ ਸੋਚਿਆ ਕਿ ਇੰਨੀ ਮਹਿੰਗਾਈ ਦੇ ਜ਼ਮਾਨੇ 'ਚ ਉਹਨਾਂ ਦਾ ਭਰਾ ਕਿੰਨੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦਾ। ਹੁਣ ਤੈਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ। ਮੈਂ ਕਿਹਾ ਚਾਚਾ ਜੀ ਪਰ ਮੈਨੂੰ ਤੁਸੀਂ ਆਪਣੇ ਤੋਂ ਦੂਰ ਨਾ ਕਰੋ। ਚਾਚਾ ਜੀ ਕਹਿਣ ਲੱਗੇ ਇੱਥੋਂ ਚਲਾ ਜਾ, ਸਾਨੂੰ ਤੇਰੀ ਫਿਕਰ ਆ। ਸਾਡਾ ਦਿਨ ਪਿੰਡ ਦੀਆਂ ਗਲੀਆਂ ਵਿੱਚ ਅਵਾਰਾ ਕਰਦਾ ਫਿਰਦਾ। ਆਖਰ ਅਸੀਂ ਤੈਨੂੰ ਕਦੋਂ ਤੱਕ ਘਰ ਵਿੱਚ ਬਿਠਾ ਕੇ ਰੱਖਾਂਗੇ ਅਤੇ ਤੈਨੂੰ ਮੁਫਤ ਦੀਆਂ ਰੋਟੀਆਂ ਖਵਾਉਂਦੇ ਰਹਾਂਗੇ। ਸ਼ਹਿਰ ਜਾਵੇਂਗਾ ਤਾਂ ਤੈਨੂੰ ਪੈਸੇ ਮਿਲਣਗੇ, ਸਾਡੀਆਂ ਵੀ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ।
ਕੁਝ ਸਮੇਂ ਬਾਅਦ ਤੂੰ ਜਵਾਨ ਹੋ ਜਾਵੇਂਗਾ ਤੇ ਤੇਰੀ ਦੇਖਭਾਲ ਕੌਣ ਕਰੇਗਾ। ਮੇਰੀ ਲੱਖ ਵਾਰ ਰਿਕੁਐਸਟ ਕਰਨ 'ਤੇ ਵੀ ਚਾਚਾ ਚਾਚੀ ਨੇ ਮੇਰੀ ਕੋਈ ਗੱਲ ਨਾ ਸੁਣੀ। ਫਿਰ ਅਗਲੇ ਦਿਨ ਉਹਨਾਂ ਨੇ ਜ਼ਬਰਦਸਤੀ ਮੈਨੂੰ ਉਸ ਆਦਮੀ ਦੇ ਹਵਾਲੇ ਕਰ ਦਿੱਤਾ ਜੋ ਮੈਨੂੰ ਸ਼ਹਿਰ ਲਿਜਾਣਾ ਚਾਹੁੰਦਾ ਸੀ। 15 ਸਾਲ ਦੀ ਉਮਰ ਵਿੱਚ ਮੈਂ ਮਾਸੂਮ ਬੱਚਿਆਂ ਦੀ ਤਰ੍ਹਾਂ ਰੋ ਰਿਹਾ ਸੀ ਕਿਉਂਕਿ ਮੈਂ ਆਪਣਾ ਪਿੰਡ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ। ਪਿੰਡ ਵਿੱਚ ਭਾਵੇਂ ਮੇਰੇ ਨਾਲ ਗਲਤ ਵਿਵਹਾਰ ਹੁੰਦਾ ਸੀ ਪਰ ਉਹ ਸਭ ਕੁਝ ਮੈਨੂੰ ਮਨਜ਼ੂਰ ਸੀ। ਫਿਰ ਮੈਂ ਸ਼ਹਿਰ ਆ ਗਿਆ। ਚਾਚਾ ਜੀ ਦਾ ਦੋਸਤ ਮੈਨੂੰ ਇੱਕ ਵੱਡੇ ਸਾਰੇ ਬੰਗਲੇ 'ਚ ਲੈ ਆਇਆ। ਉੱਥੇ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਵੀ ਉਸ ਬੰਗਲੇ 'ਚ ਨੌਕਰੀ ਕਰਦਾ ਸੀ ਤੇ ਉਹ ਆਪਣੀ ਮਦਦ ਲਈ ਮੈਨੂੰ ਸ਼ਹਿਰ ਲੈ ਕੇ ਆਇਆ ਸੀ। ਚਾਚਾ ਚਾਚੀ ਪਿੰਡ ਵਿੱਚ ਮੇਰੇ 'ਤੇ ਕੋਈ ਧਿਆਨ ਨਹੀਂ ਦਿੰਦੇ ਸੀ, ਇਸ ਲਈ ਮੈਂ ਪਿੰਡ ਦੀਆਂ ਗਲੀਆਂ 'ਚ ਆਪਣੇ ਦੋਸਤਾਂ ਨਾਲ ਖੇਡਦਾ ਰਹਿੰਦਾ ਕਿਉਂਕਿ ਗਲੀਆਂ 'ਚ ਖੇਡਣ ਵਾਲੇ ਦੋਸਤ ਹੀ ਤਾਂ ਮੇਰੇ ਆਪਣੇ ਲੱਗਦੇ ਸੀ। ਜਦੋਂ ਮੈਂ ਸ਼ਹਿਰ ਵਿੱਚ ਆਇਆ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਇਸ ਬੰਗਲੇ ਵਿੱਚ ਕੈਦ ਹੋ ਕੇ ਰਹਿ ਗਿਆ। ਮੇਰੇ ਤੋਂ ਬਹੁਤ ਕੰਮ ਕਰਵਾਇਆ ਜਾਂਦਾ। ਹੌਲੀ ਹੌਲੀ ਵਕਤ ਇਸੇ ਤਰ੍ਹਾਂ ਲੰਘਦਾ ਗਿਆ। ਚਾਚਾ ਜੀ ਹਰ ਦੂਜੇ ਤੀਜੇ ਮਹੀਨੇ ਆਪਣੇ ਦੋਸਤ ਨੂੰ ਮਿਲਣ ਲਈ ਸ਼ਹਿਰ ਆਉਂਦੇ ਸੀ ਪਰ ਮੇਰੇ ਵੱਲ ਨਜ਼ਰ ਚੁੱਕ ਕੇ ਵੀ ਨਹੀਂ ਦੇਖਦੇ ਸੀ। ਕਦੇ ਮੇਰਾ ਹਾਲ ਚਾਲ ਨਹੀਂ ਪੁੱਛਦੇ ਸੀ। ਹਮੇਸ਼ਾ ਆਪਣੇ ਦੋਸਤ ਨਾਲ ਗੱਲਬਾਤ ਕਰਦੇ ਤੇ ਉਸਦੇ ਤੋਂ ਮੇਰੇ ਹਿੱਸੇ ਦੇ ਪੈਸੇ ਲੈ ਕੇ ਪਿੰਡ ਚਲੇ ਜਾਂਦੇ। ਮੈਂ ਉਹਨਾਂ ਨੂੰ ਬਹੁਤ ਵਾਰੀ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਪਿੰਡ ਜਾਣਾ ਚਾਹੁੰਦਾ ਪਰ ਉਹ ਮੇਰੀ ਕੋਈ ਗੱਲ ਨਾ ਸੁਣਦੇ। ਉਹਨਾਂ ਦਾ ਦਿਲ ਤਾਂ ਪੱਥਰ ਬਣ ਚੁੱਕਿਆ ਸੀ। ਬੈਠੇ ਬਿਠਾਏ ਉਹਨਾਂ ਨੂੰ ਪੈਸੇ ਮਿਲ ਰਹੇ ਸੀ। ਬੰਗਲਾ ਬਹੁਤ ਵੱਡਾ ਸੀ। ਇਸ ਬੰਗਲੇ 'ਚ ਜੋ ਪਰਿਵਾਰ ਰਹਿੰਦਾ ਸੀ ਉਹ ਬਹੁਤ ਅਮੀਰ ਸੀ। ਗਰੀਬਾਂ ਉੱਪਰ ਬਹੁਤ ਤਰਸ ਕਰਦੇ ਸੀ। ਉਹ ਮੇਰੇ ਕੰਮ ਤੋਂ ਬਹੁਤ ਇੰਪ੍ਰੈਸ ਹੋਏ ਸੀ, ਇਸ ਲਈ ਮੈਨੂੰ ਵੀ ਉਹ ਬਹੁਤ ਪੈਸੇ ਦਿੰਦੇ। ਉਹ ਮੇਰੇ ਹਿੱਸੇ ਦਾ ਕੰਮ ਚਾਚਾ ਜੀ ਦੇ ਦੋਸਤ ਨੂੰ ਹੀ ਕਹਿੰਦੇ ਸੀ ਪਰ ਉਹ ਮਾਲਕਾਂ ਤੋਂ ਨਜ਼ਰ ਬਚਾ ਕੇ ਸਾਰਾ ਕੰਮ ਮੇਰੇ ਤੋਂ ਕਰਵਾਉਂਦਾ ਸੀ। ਖੁਦ ਆਰਾਮ ਨਾਲ ਬੈਠਾ ਰਹਿੰਦਾ। ਜ਼ਿੰਦਗੀ ਇਸੇ ਤਰ੍ਹਾਂ ਲੰਘ ਰਹੀ ਸੀ। ਹੌਲੀ ਹੌਲੀ ਮੇਰੀ ਉਮਰ 18 ਸਾਲ ਦੀ ਹੋ ਗਈ। ਚਾਚਾ ਜੀ ਜਦੋਂ ਸ਼ਹਿਰ ਪੈਸੇ ਲੈਣ ਲਈ ਆਉਂਦੇ ਤਾਂ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਮੇਰੀ ਮਿਹਨਤ ਦੀ ਕਮਾਈ ਮੈਂ ਤੁਹਾਨੂੰ ਨਹੀਂ ਦੇਵਾਂਗਾ। ਚਾਚਾ ਜੀ ਕਹਿੰਦੇ ਕਿ ਲੱਗਦਾ ਤੇਰੇ ਮੂੰਹ ਵਿੱਚ ਜਵਾਨ ਆ ਗਈ ਆ। ਜੇ ਮੈਂ ਤੈਨੂੰ ਇੱਥੇ ਨੌਕਰੀ 'ਤੇ ਲਗਵਾਇਆ ਹੈ ਤਾਂ ਤੈਨੂੰ ਨੌਕਰੀ ਤੋਂ ਹਟਵਾ ਵੀ ਸਕਦਾ। ਉਸ ਦਿਨ ਪਹਿਲੀ ਵਾਰ ਮੈਂ ਚਾਚਾ ਜੀ ਨੂੰ ਸਵਾਲ ਜਵਾਬ ਕੀਤਾ ਸੀ ਕਿ ਹੁਣ ਮੈਂ ਛੋਟਾ ਬੱਚਾ ਨਹੀਂ ਰਿਹਾ ਜੋ ਤੁਹਾਡੀਆਂ ਸਾਰੀਆਂ ਗੱਲਾਂ ਆਸਾਨੀ ਨਾਲ ਮੰਨਦਾ ਰਹਾ। ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਸ਼ਹਿਰ ਨੌਕਰੀ ਲਈ ਭੇਜਿਆ। ਇਸ ਸਭ ਦਾ ਤੁਹਾਨੂੰ ਕੀ ਫਾਇਦਾ ਹੋਇਆ। ਹੁਣ ਮੈਂ ਆਪਣੇ ਬਾਰੇ ਵਿੱਚ ਵੀ ਕੁਝ ਸੋਚਣਾ। ਆਖਰਕਾਰ ਇਸ ਬੰਗਲੇ ਦੇ ਕੁਆਟਰ 'ਚ ਮੈਂ ਕਦੋਂ ਤੱਕ ਰਹਿੰਦਾ ਰਵਾਂਗਾ। ਇਹਨਾਂ ਲੋਕਾਂ ਦਾ ਜੂਠਾ ਖਾਣਾ ਕਦੋਂ ਤੱਕ ਖਾਵਾਂਗਾ। ਮੇਰਾ ਵੀ ਮਨ ਕਰਦਾ ਕਿ ਮੈਂ ਇਸ ਸ਼ਹਿਰ ਵਿੱਚ ਕਿਤੇ ਘੁੰਮਣ ਫਿਰਨ ਜਾਵਾਂ, ਆਪਣੀ ਪਸੰਦ ਦਾ ਖਾਣਾ ਖਾਵਾਂ, ਆਪਣੇ ਲਈ ਆਪਣੇ ਪਸੰਦ ਦੇ ਕੱਪੜੇ ਖਰੀਦਾਂ। ਇਸ ਲਈ ਜਿੰਨੇ ਪੈਸੇ ਮੈਨੂੰ ਮਿਲਿਆ ਕਰਨਗੇ ਉਹਨਾਂ 'ਚੋਂ ਅੱਧੇ ਪੈਸੇ ਮੈਂ ਆਪਣੇ ਕੋਲ ਰੱਖਾਂਗਾ। ਇਹ ਗੱਲ ਸੁਣ ਕੇ ਚਾਚਾ ਜੀ ਨੂੰ ਬਹੁਤ ਗੁੱਸਾ ਆਇਆ। ਮੈਂ ਉਹਨਾਂ ਨਾਲ ਜਿਸ ਅੰਦਾਜ਼ ਵਿੱਚ ਗੱਲ ਕਰ ਰਿਹਾ ਸੀ ਉਹ ਮੇਰੇ ਅੰਦਾਜ਼ ਤੋਂ ਡਰ ਗਏ ਸੀ। ਹੁਣ ਉਹਨਾਂ ਦੀ ਮੇਰੇ ਅੱਗੇ ਇੱਕ ਨਾ ਚੱਲੀ। ਉਹ ਜਾਣਦੇ ਸੀ ਕਿ ਜੇ ਹੁਣ ਅੱਧੇ ਪੈਸੇ ਮਿਲ ਰਹੇ ਆ ਤਾਂ ਉਹ ਵੀ ਬਹੁਤ ਆ, ਪਰ ਜੇ ਇਹ ਵੀ ਹੱਥ 'ਚੋਂ ਚਲੇ ਗਏ ਫਿਰ ਕੀ ਹੋਵੇਗਾ, ਕਿਉਂਕਿ ਹੁਣ ਨਲੇਸ਼ ਆਪਣਾ ਚੰਗਾ ਮਾੜਾ ਸਮਝਣ ਵਾਲਾ ਹੋ ਗਿਆ। ਉਹ ਆਪਣਾ ਮੂੰਹ ਬਣਾ ਕੇ ਵਾਪਸ ਚਲੇ ਗਏ। ਕੁਝ ਸਮਾਂ ਲੰਘਿਆ ਤਾਂ ਚਾਚੇ ਦਾ ਦੋਸਤ ਬਿਮਾਰ ਰਹਿਣ ਲੱਗ ਗਿਆ। ਮਾਲਕ ਨੇ ਉਸ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਠੀਕ ਨਾ ਹੋ ਸਕਿਆ। ਜ਼ਿਆਦਾ ਨਸ਼ੇ ਕਰਨ ਕਰਕੇ ਉਸ ਦੀ ਆਪਣੀ ਸਿਹਤ ਖਰਾਬ ਕਰ ਲਈ। ਹੁਣ ਇਸ ਕਾਬਲ ਨਹੀਂ ਰਿਹਾ ਕਿ ਉਹ ਇਸ ਬੰਗਲੇ ਵਿੱਚ ਨੌਕਰ ਬਣ ਕੇ ਕੰਮ ਕਰ ਸਕੇ। ਇੱਕ ਦਿਨ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਤੇ ਮੈਂ ਉੱਥੇ ਇਕੱਲਾ ਰਹਿ ਗਿਆ ਸੀ। ਮੇਰੀ ਉਮਰ 20 ਸਾਲ ਹੋ ਗਈ। ਮੈਂ ਉਹਨਾਂ ਲੋਕਾਂ ਦਾ ਸਾਰਾ ਕੰਮ ਕਰਦਾ ਤੇ ਮੇਰੀ ਸੈਲਰੀ ਵੀ ਡਬਲ ਹੋ ਗਈ। ਮਾਲਕਾਂ ਨੇ ਮੈਨੂੰ ਕਿਹਾ ਕਿ ਤੇਰੀ ਨਜ਼ਰ 'ਚ ਜੇ ਕੋਈ ਵਫਾਦਾਰ ਨੌਕਰ ਹੈ ਤਾਂ ਸਾਨੂੰ ਇਸ ਬੰਗਲੇ ਲਈ ਨੌਕਰਾਂ ਦੀ ਜ਼ਰੂਰਤ ਆ, ਕਿਉਂਕਿ ਬੰਗਲਾ ਬਹੁਤ ਵੱਡਾ ਸੀ ਤੇ ਕੰਮ ਵੀ ਬਹੁਤ ਜ਼ਿਆਦਾ। ਮੈਂ ਸੋਚਿਆ ਕਿ ਮੈਂ ਹੋਰ ਨੌਕਰ ਦੇ ਬਦਲੇ ਕੰਮ ਖੁਦ ਕਰ ਲਿਆ ਕਰੂੰਗਾ ਜਿਸ ਨਾਲ ਮੈਨੂੰ ਬਹੁਤ ਫਾਇਦਾ ਹੋਵੇਗਾ। ਸਾਰੇ ਮੈਨੂੰ ਪੈਸੇ ਮਿਲ ਜਾਇਆ ਕਰਨਗੇ। ਇਸ ਲਈ ਮੈਂ ਸਾਰਾ ਕੰਮ ਖੁਦ ਹੀ ਕਰ ਲੈਂਦਾ। ਮੈਨੂੰ ਉੱਥੇ ਨੌਕਰੀ ਕਰਦੇ 5 ਸਾਲ ਹੋ ਗਏ। ਮਾਲਕ ਮੈਨੂੰ ਚੰਗੀ ਤਰ੍ਹਾਂ ਜਾਣਨ ਲੱਗ ਗਏ। ਬੰਗਲੇ ਦਾ ਜੋ ਸਭ ਤੋਂ ਵੱਡਾ ਮਾਲਕ ਸੀ ਉਹਨਾਂ 4 ਭਰਾਵਾਂ ਦਾ ਪਿਤਾ ਸੀ। ਉਸ ਦੇ ਮਾਲਕ ਮਰਨ ਤੋਂ ਬਾਅਦ ਬੰਗਲੇ ਦਾ ਮਾਹੌਲ ਬਹੁਤ ਖਰਾਬ ਹੋ ਗਿਆ। ਪਿਤਾ ਦੇ ਮਰਨ ਤੋਂ ਬਾਅਦ ਹੀ 4 ਭਰਾਵਾਂ ਨੇ ਆਪਣੀ ਆਪਣੀ ਪ੍ਰਾਪਰਟੀ ਅਲੱਗ ਕਰ ਲਈ ਤੇ ਬੰਗਲਾ ਕਿਸੇ ਹੋਰ ਦੇ ਹਵਾਲੇ ਕਰ ਦਿੱਤਾ। ਜਿਸ ਨੇ ਉਹ ਬੰਗਲਾ ਖਰੀਦਿਆ ਸੀ ਉਹ ਯੂਕੇ ਵਿੱਚ ਰਹਿੰਦਾ ਸੀ, ਇਸ ਲਈ ਬੰਗਲਾ ਜ਼ਿਆਦਾਤਰ ਖਾਲੀ ਰਹਿੰਦਾ ਸੀ। ਬੰਗਲਾ ਵਿਕਣ ਦੇ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਮੇਰਾ ਹੋਇਆ ਸੀ, ਕਿਉਂਕਿ ਮੈਂ ਤਾਂ ਜਦੋਂ ਦਾ ਸ਼ਹਿਰ 'ਚ ਆਇਆ ਸੀ ਇਸ ਬੰਗਲੇ ਵਿੱਚ ਹੀ ਰਿਹਾ ਸੀ ਤੇ ਇੱਥੇ ਹੀ ਕੰਮ ਕਰਦਾ ਸੀ। ਹੁਣ ਮੈਂ ਪੂਰੀ ਤਰ੍ਹਾਂ ਇਕੱਲਾ ਹੋ ਗਿਆ। ਜਿੰਨੇ ਪੈਸੇ ਮੇਰੇ ਕੋਲ ਜਮ੍ਹਾਂ ਸੀ
ਮੈਂ ਉਹਨਾਂ ਨਾਲ ਗੁਜ਼ਾਰਾ ਕਰ ਰਿਹਾ ਸੀ। ਹੁਣ ਮੈਨੂੰ ਤਾਂ ਕਿ ਉੱਥੇ ਕਿਸੇ ਹੋਰ ਨੌਕਰ ਦਾ ਵੀ ਕੋਈ ਕੰਮ ਨਹੀਂ ਸੀ। ਇਸ ਲਈ ਸਾਰੇ ਨੌਕਰ ਇੱਕ ਇੱਕ ਕਰਕੇ ਬੰਗਲਾ ਛੱਡ ਕੇ ਚਲੇ ਗਏ। ਫਿਰ ਮਜਬੂਰਨ ਮੈਨੂੰ ਵੀ ਉਸ ਬੰਗਲੇ 'ਚੋਂ ਨਿਕਲਣਾ ਪਿਆ। ਪਰ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਸੀ। ਮੈਂ ਕਿਤੇ ਨਾ ਕਿਤੇ ਤਾਂ ਨੌਕਰੀ ਲੱਭਣੀ ਹੀ ਸੀ। ਜੋ ਨੌਕਰ ਮੇਰੇ ਨਾਲ ਕੰਮ ਕਰਦੇ ਸੀ, ਮੈਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਜਿੱਥੇ ਤੁਸੀਂ ਨੌਕਰੀ ਕਰਨ ਜਾਂਦੇ ਹੋ, ਮੈਨੂੰ ਵੀ ਆਪਣੇ ਨਾਲ ਨੌਕਰੀ ਦਿਵਾ ਦਿਓ। ਉਹਨਾਂ ਨੇ ਕਿਹਾ ਕਿ ਅਜੇ ਸਾਨੂੰ ਵੀ ਨੌਕਰੀ ਨਹੀਂ ਮਿਲੀ, ਪਰ ਮੇਰੇ ਤਾਂ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ। ਕੁਝ ਦਿਨ ਤਾਂ ਮੈਂ ਸੜਕਾਂ 'ਤੇ ਗੁਜ਼ਾਰੇ, ਇੱਧਰ ਉੱਧਰ ਭਟਕਦਾ ਰਿਹਾ। ਲੋਕ ਮੈਨੂੰ ਭਿਖਾਰੀ ਸਮਝ ਕੇ ਥੋੜ੍ਹੀ ਬਹੁਤ ਭੀਖ ਦੇ ਦਿੰਦੇ। ਮੈਂ ਭੀਖ ਫੜ ਕੇ ਰੱਖ ਲੈਂਦਾ ਸੀ। ਮੈਨੂੰ ਸੜਕਾਂ 'ਤੇ ਭਟਕਦੇ ਹੋਏ ਨੂੰ ਪੂਰਾ 1 ਮਹੀਨਾ ਹੋ ਗਿਆ। ਮੇਰੇ ਨਾਲ ਜੋ ਨੌਕਰ ਪਹਿਲਾਂ ਕੰਮ ਕਰਦਾ ਸੀ, ਉਸ ਦਾ ਨਾਮ ਰਮੇਸ਼ ਸੀ। ਉਹ ਮੈਨੂੰ ਸੜਕ 'ਤੇ ਮਿਲਿਆ ਤੇ ਉਸਨੇ ਮੈਨੂੰ ਕਿਹਾ ਕਿ ਯਾਰ, ਮੈਂ ਤੈਨੂੰ ਬਹੁਤ ਦਿਨਾਂ ਤੋਂ ਲੱਭ ਰਿਹਾ, ਮੈਂ ਤੇਰੇ ਲਈ ਨੌਕਰੀ ਲੱਭ ਲਈ ਆ। ਮੈਂ ਉਸ ਦੀ ਗੱਲ ਸੁਣ ਕੇ ਖੁਸ਼ ਹੋ ਗਿਆ। ਉਸਨੇ ਕਿਹਾ ਕਿ ਮੈਂ ਤਾਂ ਨੌਕਰੀ ਦੀ ਗੱਲ ਪਿਛਲੇ ਹਫ਼ਤੇ ਹੀ ਕਰ ਲਈ ਸੀ, ਪਰ ਤੂੰ ਮੈਨੂੰ ਕਿਤੇ ਨਹੀਂ ਮਿਲਿਆ। ਮੈਂ ਉਸ ਨੂੰ ਕਿਹਾ ਕਿ ਉੱਥੇ ਸਾਡੇ ਰਹਿਣ ਦਾ ਵੀ ਬੰਦੋਬਸਤ ਹੋਵੇਗਾ। ਉਹ ਕਹਿਣ ਲੱਗਿਆ, ਇਹ ਤਾਂ ਉੱਥੇ ਜਾ ਕੇ ਹੀ ਪਤਾ ਲੱਗੇਗਾ। ਵੈਸੇ ਮੇਰਾ ਤਾਂ ਰਹਿਣ ਦਾ ਬੰਦੋਬਸਤ ਹੋ ਗਿਆ। ਮੇਰੀ ਭੈਣ ਉੱਥੇ ਹੀ ਰਹਿੰਦੀ ਆ ਤੇ ਮੈਂ ਉਸ ਦੇ ਘਰ ਚਲਿਆ ਜਾਇਆ ਕਰਾਂਗਾ। ਤੇ ਤੂੰ ਵੀ ਇਸ ਸ਼ਹਿਰ ਵਿੱਚ ਜੇ ਕੋਈ ਆਪਣਾ ਹੈ ਤਾਂ ਉਸ ਦੇ ਘਰ ਚਲਿਆ ਜਾਇਆ ਕਰੀਂ। ਹੁਣ ਮੈਂ ਉਸ ਨੂੰ ਕੀ ਦੱਸਦਾ ਕਿ ਇਸ ਸ਼ਹਿਰ ਵਿੱਚ ਕੀ, ਮੇਰਾ ਤਾਂ ਇਸ ਪੂਰੀ ਦੁਨੀਆ 'ਚ ਕੋਈ ਨਹੀਂ। ਰਮੇਸ਼ ਮੈਨੂੰ ਆਪਣੇ ਨਾਲ ਉਸ ਜਗ੍ਹਾ 'ਤੇ ਲੈ ਗਿਆ ਜਿੱਥੇ ਉਸਨੇ ਨੌਕਰੀ ਲਈ ਗੱਲ ਕੀਤੀ ਸੀ। ਉਹ ਵੀ ਬਹੁਤ ਵੱਡਾ ਬੰਗਲਾ ਸੀ, ਪਰ ਉੱਥੇ ਬਹੁਤ ਸਾਰੇ ਨੌਕਰ ਤੇ ਨੌਕਰਾਣੀਆਂ ਮੌਜੂਦ ਸੀ। ਅਸੀਂ ਦੋਨੋਂ ਉੱਥੇ ਨੌਕਰੀ ਕਰਨ ਲੱਗ ਗਏ। ਰਮੇਸ਼ ਨੇ ਕਿਸੇ ਤਰ੍ਹਾਂ ਮੇਰਾ ਵੀ ਰਹਿਣ ਦਾ ਬੰਦੋਬਸਤ ਕਰਵਾ ਦਿੱਤਾ। ਮੈਂ ਉਸ ਬੰਗਲੇ ਦੇ ਪਿੱਛੇ ਬਣੇ ਕੁਆਟਰ 'ਚ ਰਹਿਣ ਲੱਗ ਗਿਆ। ਰਮੇਸ਼ ਕੁਆਟਰ ਵਿੱਚ ਨਹੀਂ ਰਹਿ ਸਕਦਾ ਸੀ ਕਿਉਂਕਿ ਉਸਨੇ ਆਪਣਾ ਰਹਿਣ ਦਾ ਬੰਦੋਬਸਤ ਆਪਣੀ ਭੈਣ ਦੇ ਘਰ ਕਰ ਲਿਆ ਸੀ। ਇੱਕ ਰਾਤ ਮੈਂ ਜਿਵੇਂ ਕਿਸੇ ਬੰਗਲੇ ਦੇ ਬਾਹਰ ਰਹਿ ਕੇ ਗੁਜ਼ਾਰ ਲਈ, ਪਰ ਅਗਲੇ ਹੀ ਦਿਨ ਮੈਨੂੰ ਕੁਆਟਰ ਦੀ ਚਾਬੀ ਦੇ ਦਿੱਤੀ ਗਈ। ਫਿਰ ਮੈਂ ਉਸ ਵਿੱਚ ਰਹਿਣ ਲੱਗ ਗਿਆ ਤੇ ਮੈਨੂੰ ਸਾਰੇ ਕੰਮ ਬਾਰੇ ਦੱਸ ਦਿੱਤਾ ਗਿਆ। ਰਮੇਸ਼ ਨੂੰ ਬਾਹਰ ਦੇ ਕੰਮ ਦਿੱਤੇ ਗਏ, ਜਦ ਕਿ ਮੈਂ ਘਰ ਦੇ ਅੰਦਰ ਹੀ ਛੋਟੇ-ਮੋਟੇ ਕੰਮ ਕਰਨੇ ਹੁੰਦੇ ਸੀ ਕਿਉਂਕਿ ਮੈਂ ਅਜੇ ਨਵਾਂ-ਨਵਾਂ ਸੀ। ਇਸ ਲਈ ਮੈਨੂੰ ਘੱਟ ਕੰਮ ਦਿੱਤੇ ਗਏ ਸੀ। ਮੈਨੂੰ ਪੈਸੇ ਵੀ ਠੀਕ-ਠਾਕ ਹੀ ਮਿਲਦੇ ਸੀ। ਇਸ ਤਰ੍ਹਾਂ 1 ਮਹੀਨਾ ਲੰਘ ਗਿਆ। ਕੁਝ ਦਿਨ ਨੌਕਰੀ ਕਰਨ ਤੋਂ ਬਾਅਦ ਰਮੇਸ਼ ਨੇ ਉਹ ਨੌਕਰੀ ਛੱਡ ਦਿੱਤੀ। ਫਿਰ ਮੇਰਾ ਕੰਮ ਵੱਧ ਗਿਆ ਤੇ ਮੈਨੂੰ ਸੈਲਰੀ ਵੀ ਜ਼ਿਆਦਾ ਮਿਲਣ ਲੱਗ ਗਈ। ਇਹ ਬੰਗਲਾ ਇੱਕ ਬਿਜ਼ਨਸਮੈਨ ਆਦਮੀ ਦਾ ਸੀ ਜੋ ਕਰੋੜਪਤੀ ਸੀ। ਇਸ ਬੰਗਲੇ 'ਚ 6 ਮੈਂਬਰ ਸੀ। ਸਭ ਤੋਂ ਵੱਡੇ ਮਾਲਕ ਦਾ ਨਾਮ ਵਿਵੇਕ ਸਿੰਘਾਣੀਆ ਸੀ। ਉਸ ਦਾ ਬੇਟਾ ਰਾਹੁਲ ਸਿੰਘਾਣੀਆ, ਉਸ ਦੀ ਪਤਨੀ ਨੈਣਾ ਸਿੰਘਾਣੀਆ ਤੇ ਉਹਨਾਂ ਦਾ 13 ਸਾਲ ਦਾ ਬੇਟਾ ਕੁਸਮ ਅਤੇ ਬੇਟੀ ਦਿਸ਼ਾ ਸਿੰਘਾਣੀਆ ਸੀ। ਵਿਵੇਕ ਅਤੇ ਰਾਹੁਲ ਦੋਨੋਂ ਪਿਓ ਪੁੱਤ ਮਿਲ ਕੇ ਆਪਣਾ ਬਿਜ਼ਨਸ ਸੰਭਾਲਦੇ ਸੀ। ਇਹਨਾਂ ਦੀ ਜ਼ਿੰਦਗੀ ਬਹੁਤ ਐਸ਼ੋ ਆਰਾਮ ਵਾਲੀ ਸੀ। ਆਖਰਕਾਰ ਉਹਨਾਂ ਦੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਮੈਂ ਜ਼ਿਆਦਾਤਰ ਘਰ ਦੇ ਕੰਮ ਹੀ ਕਰਦਾ ਸੀ, ਇਸ ਲਈ ਸਭ ਦਾ ਬਿਹੇਵੀਅਰ ਹੌਲੀ-ਹੌਲੀ ਚੰਗੀ ਤਰ੍ਹਾਂ ਜਾਣ ਗਿਆ। ਮੈਨੂੰ ਇਸ ਬੰਗਲੇ 'ਚ ਨੌਕਰੀ ਕਰਦੇ ਹੋਏ 6 ਮਹੀਨੇ ਹੋ ਗਏ। ਉਹ ਲੋਕ ਮੇਰੇ 'ਤੇ ਬਹੁਤ ਭਰੋਸਾ ਕਰਨ ਲੱਗ ਗਏ। ਉਹਨਾਂ ਦੇ ਬੰਗਲੇ 'ਚ ਕੈਮਰੇ ਲੱਗੇ ਹੋਏ ਸੀ। ਗੇਟ 'ਤੇ ਬਹੁਤ ਸਾਰੇ ਗਾਰਡ ਮੌਜੂਦ ਸੀ। ਬੰਗਲਾ ਪੂਰੀ ਤਰ੍ਹਾਂ ਸਿਕਿਉਰਿਟੀ ਦੀ ਦੇਖ-ਰੇਖ ਵਿੱਚ ਸੀ। ਸਭ ਕੁਝ ਬਿਲਕੁਲ ਠੀਕ-ਠਾਕ ਚੱਲ ਰਿਹਾ ਸੀ ਜਦੋਂ ਇੱਕ ਦਿਨ ਮੈਂ ਦੇਖਿਆ ਕਿ ਦਿਸ਼ਾ ਬੇਬੀ ਬਹੁਤ ਰੋ ਰਹੀ ਆ ਤੇ ਆਪਣੀ ਮੰਮੀ ਨਾਲ ਜ਼ਿੱਦ ਕਰ ਰਹੀ ਸੀ ਕਿ ਉਸ ਨੂੰ ਬਾਹਰ ਲੈ ਕੇ ਚੱਲੋ। ਨੈਣਾ ਮਾਲਕਣ ਉਸ ਨੂੰ ਬਾਹਰ ਨਹੀਂ ਲੈ ਕੇ ਜਾ ਰਹੀ ਸੀ। ਉਸ ਸਮੇਂ ਮਾਲਕਣ ਦੀ ਤਬੀਅਤ ਠੀਕ ਨਹੀਂ ਸੀ। ਡਾਕਟਰ ਨੇ ਉਹਨਾਂ ਨੂੰ ਆਰਾਮ ਕਰਨ ਦੇ ਲਈ ਕਿਹਾ ਸੀ। ਮੈਂ ਦਿਸ਼ਾ ਬੇਬੀ ਨਾਲ ਗੱਲ ਕੀਤੀ। ਉਸ ਨੂੰ ਕਿਹਾ ਕਿ ਉਹ ਕਿਉਂ ਰੋ ਰਹੀ ਆ। ਜਦੋਂ ਉਸਨੇ ਮੈਨੂੰ ਬਾਹਰ ਜਾਣ ਬਾਰੇ ਦੱਸਿਆ ਕਿ ਮੇਰਾ ਆਈਸਕ੍ਰੀਮ ਖਾਣ ਨੂੰ ਮਨ ਕਰ ਰਿਹਾ, ਮੈਂ ਉਸ ਨੂੰ ਬੰਗਲੇ ਤੋਂ ਬਾਹਰ ਤਾਂ ਨਹੀਂ ਲਿਜਾ ਸਕਦਾ ਸੀ ਕਿਉਂਕਿ ਜੇ ਮੈਂ ਦਿਸ਼ਾ ਬੇਬੀ ਨੂੰ ਬੰਗਲੇ ਤੋਂ ਬਾਹਰ ਲੈ ਕੇ ਜਾਂਦਾ ਤਾਂ ਮੇਰੇ ਲਈ ਪ੍ਰੋਬਲਮ ਕ੍ਰੀਏਟ ਹੋ ਸਕਦੀ ਸੀ। ਸ਼ਾਇਦ ਦਿਸ਼ਾ ਬੇਬੀ ਨੂੰ ਬਾਹਰ ਲਿਜਾਣਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਆਖਰਕਾਰ ਉਹ ਵੱਡੇ ਲੋਕ ਸੀ। ਵੱਡੇ ਲੋਕਾਂ ਦੇ ਬੱਚੇ ਜ਼ਿਆਦਾਤਰ ਨਿਗਰਾਨੀ ਵਿੱਚ ਹੀ ਰਹਿੰਦੇ ਆ। ਮੈਂ ਦਿਸ਼ਾ ਬੇਬੀ ਨੂੰ ਕਿਹਾ, ਤੂੰ ਫਿਕਰ ਨਾ ਕਰ, ਮੈਂ ਤੇਰੇ ਲਈ ਆਈਸਕ੍ਰੀਮ ਲੈ ਕੇ ਆਉਣਾ। ਜਦੋਂ ਮੈਂ ਬਾਹਰੋਂ ਆਈਸਕ੍ਰੀਮ ਉਸ ਦੇ ਲਈ ਲੈ ਕੇ ਆਇਆ ਤਾਂ ਉਸ ਨੂੰ ਬਹੁਤ ਪਸੰਦ ਆਈ। ਦਿਸ਼ਾ ਬੇਬੀ ਬਹੁਤ ਹੀ ਸੋਹਣੀ ਤੇ ਘੱਟ ਉਮਰ ਦੀ ਮਾਸੂਮ ਜੀ ਬੱਚੀ ਸੀ। ਉਹ ਜ਼ਿਆਦਾ ਕੁਝ ਨਹੀਂ ਜਾਣਦੀ ਸੀ। ਬਸ ਉਸ ਦਿਨ ਤੋਂ ਹੀ ਮੇਰੀ ਅਤੇ ਦਿਸ਼ਾ ਬੇਬੀ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਸ ਨੂੰ ਜਦੋਂ ਵੀ ਕੋਈ ਕੰਮ ਹੁੰਦਾ ਉਹ ਮੇਰੇ ਤੋਂ ਹੀ ਕਰਵਾਉਂਦੀ। ਦਿਸ਼ਾ ਬੇਬੀ ਮੇਰੇ ਨਾਲ ਗੱਲਾਂ ਕਰਕੇ ਬਹੁਤ ਖੁਸ਼ ਰਹਿੰਦੀ। ਇਹ ਗੱਲ ਨੈਣਾ ਮਾਲਕਣ ਨੂੰ ਤਾਂ ਬਹੁਤ ਪਸੰਦ ਆਈ। ਉਹਨਾਂ ਨੇ ਕਿਹਾ, ਮੇਰੀ ਬੇਟੀ ਘਰ ਤੋਂ ਜ਼ਿਆਦਾ ਬਾਹਰ ਨਹੀਂ ਨਿਕਲਦੀ, ਸਾਰਾ ਦਿਨ ਆਪਣਾ ਦਿਮਾਗ ਕਿਤਾਬਾਂ 'ਚ ਲਗਾਈ ਰੱਖਦੀ ਆ। ਮੈਂ ਵੀ ਆਪਣੀ ਬੇਟੀ ਨੂੰ ਜ਼ਿਆਦਾ ਟਾਈਮ ਨਹੀਂ ਦੇ ਸਕਦੀ।
ਮੇਰੀ ਬੇਟੀ ਤੇਰੇ ਨਾਲ ਕੰਫਰਟੇਬਲ ਫੀਲ ਕਰਦੀ ਆ, ਇਸ ਲਈ ਮੈਨੂੰ ਚੰਗਾ ਲੱਗਦਾ ਕਿ ਮੇਰੀ ਬੇਟੀ ਦਾ ਦਿਲ ਲਗਾਉਣ ਵਾਲਾ ਇਸ ਘਰ ਵਿੱਚ ਕੋਈ ਤਾਂ ਹੈ। ਨੈਣਾ ਮਾਲਕਣ ਮੇਰੇ ਤੇ ਬਹੁਤ ਭਰੋਸਾ ਕਰਦੀ ਸੀ, ਇਸ ਲਈ ਸਾਰੇ ਕੰਮ ਦਿਸ਼ਾ ਬੇਬੀ ਤੋਂ ਮੇਰੇ ਤੋਂ ਹੀ ਕਰਵਾਉਂਦੀ। ਦਿਸ਼ਾ ਬੇਬੀ ਨੂੰ ਹੁਣ ਮੇਰੀ ਆਦਤ ਹੋ ਗਈ। ਉਹ ਕੰਮ ਕਰਵਾਉਣ ਤੋਂ ਇਲਾਵਾ ਫ੍ਰੀ ਟਾਈਮ ਵਿੱਚ ਮੇਰੇ ਨਾਲ ਖੇਡਦੀ ਵੀ ਸੀ। ਮੇਰੇ ਨਾਲ ਖੇਡਣਾ ਉਸ ਨੂੰ ਬਹੁਤ ਚੰਗਾ ਲੱਗਦਾ ਸੀ। ਮੈਨੂੰ ਸੈਲਰੀ ਜਿੰਨੀ ਵੀ ਮਿਲਦੀ ਸੀ ਮੈਂ ਸਾਰੇ ਪੈਸੇ ਆਪਣੇ ਕੋਲ ਰੱਖਦਾ ਸੀ, ਕਿਉਂਕਿ ਉਹ ਪੁਰਾਣਾ ਬੰਗਲਾ ਛੱਡਣ ਦੇ ਨਾਲ ਮੈਨੂੰ ਆਪਣੇ ਚਾਚਾ ਜੀ ਤੋਂ ਤਾਂ ਛੁਟਕਾਰਾ ਮਿਲ ਗਿਆ ਸੀ। ਮੈਂ ਜਾਣਦਾ ਸੀ ਕਿ ਜ਼ਰੂਰ ਚਾਚਾ ਉੱਥੇ ਆਏ ਹੋਣਗੇ ਤਾਂ ਮੇਰੀ ਮਿਹਨਤ ਦੇ ਪੈਸੇ ਲੈ ਸਕਣ, ਪਰ ਹੁਣ ਉੱਥੇ ਤਾਂ ਕੋਈ ਵੀ ਨਹੀਂ ਰਹਿੰਦਾ ਸੀ। ਮੈਨੂੰ ਲੱਗਦਾ ਸੀ ਕਿ ਉਹ ਬਹੁਤ ਪਛਤਾ ਰਹੇ ਹੋਣਗੇ ਤੇ ਮੈਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੋਣਗੇ। ਵੈਸੇ ਤਾਂ ਉਹਨਾਂ ਨੂੰ ਮੇਰੇ ਨਾਲ ਕੋਈ ਪਿਆਰ ਨਹੀਂ ਸੀ ਤੇ ਨਾ ਹੀ ਮੇਰਾ ਕੋਈ ਫਿਕਰ ਸੀ, ਪਰ ਪੈਸਿਆਂ ਲਈ ਤਾਂ ਉਹਨਾਂ ਨੇ ਮੈਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੋਊਗੀ। ਇੱਕ ਵਾਰ ਰਾਤ ਦਾ ਸਮਾਂ ਸੀ, ਮੈਂ ਆਪਣੇ ਕੁਆਟਰ ਵਿੱਚ ਗੂੜੀ ਨੀਂਦ ਵਿੱਚ ਸੌਂ ਰਿਹਾ ਸੀ। ਅਚਾਨਕ ਮੇਰੇ ਕੁਆਟਰ ਦਾ ਦਰਵਾਜ਼ਾ ਖੜਕਿਆ। ਮੈਂ ਦਰਵਾਜ਼ਾ ਖੜਕਣ ਨਾਲ ਘਬਰਾ ਕੇ ਉੱਠ ਗਿਆ। ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਬਾਹਰ ਗਾਰਡ ਖੜਾ ਸੀ। ਮੈਂ ਉਸ ਨੂੰ ਘਬਰਾ ਕੇ ਪੁੱਛਿਆ, ਕੀ ਹੋਇਆ? ਤੂੰ ਇੰਨੀ ਰਾਤ ਨੂੰ ਮੇਰਾ ਦਰਵਾਜ਼ਾ ਕਿਉਂ ਖੜਕਾ ਰਿਹਾ? ਉਹ ਕਹਿਣ ਲੱਗਿਆ ਕਿ ਬੰਗਲੇ 'ਚ ਨੈਣਾ ਮਾਲਕਣ ਨੇ ਤੈਨੂੰ ਬੁਲਾਇਆ, ਹੁਣੇ ਮੇਰੇ ਨਾਲ ਬੰਗਲੇ ਵਿੱਚ ਚੱਲ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ। ਪਤਾ ਨਹੀਂ ਬੰਗਲੇ 'ਚ ਅਜਿਹੀ ਕੀ ਪਰੇਸ਼ਾਨੀ ਹੋਵੇਗੀ ਜੋ ਰਾਤ ਨੂੰ ਇਸ ਸਮੇਂ ਮੈਨੂੰ ਬੰਗਲੇ 'ਚ ਬੁਲਾਇਆ। ਮੈਂ ਫਟਾਫਟ ਕੁਆਟਰ ਦਾ ਦਰਵਾਜ਼ਾ ਬੰਦ ਕੀਤਾ ਤੇ ਗਾਰਡ ਦੇ ਨਾਲ ਬੰਗਲੇ 'ਚ ਚਲਾ ਗਿਆ। ਜਦੋਂ ਮੈਂ ਉੱਥੇ ਗਿਆ ਤਾਂ ਮੈਂ ਦੇਖਿਆ ਰਾਤ ਦੇ ਸਮੇਂ ਦਿਸ਼ਾ ਬੇਬੀ, ਨੈਣਾ ਮਾਲਕਣ ਤੇ ਰਾਹੁਲ ਸਾਹਿਬ ਆਪਣੀ ਬੇਟੀ ਨੂੰ ਹਾਲ ਵਿੱਚ ਲੈ ਕੇ ਬੈਠੇ ਸੀ। ਉਹਨਾਂ ਨੇ ਕਿਹਾ, ਦੇਖ ਨਾ ਨਲੇਸ਼, ਸਾਡੀ ਬੇਟੀ ਤੈਨੂੰ ਯਾਦ ਕਰ ਰਹੀ ਸੀ। ਤੂੰ ਇਸ ਦੇ ਨਾਲ ਸਾਰਾ ਦਿਨ ਖੇਡਦਾ ਰਹਿਣਾ, ਇਹ ਤੇਰੇ ਨਾਲ ਬਹੁਤ ਅਟੈਚਡ ਹੋ ਗਈ ਆ, ਹਰ ਵਕਤ ਤੈਨੂੰ ਯਾਦ ਕਰਦੀ ਰਹਿੰਦੀ ਆ। ਇਸ ਨੂੰ ਨੀਂਦ ਨਹੀਂ ਆ ਰਹੀ ਤੇ ਇਹ ਜਿੱਦ ਕਰ ਰਹੀ ਸੀ ਕਿ ਮੈਂ ਨਲੇਸ਼ ਦੇ ਨਾਲ ਖੇਡਣਾ। ਅਜਿਹਾ ਕਦੇ ਵੀ ਨਹੀਂ ਹੋਇਆ ਕਿ ਮੈਂ ਆਪਣੀ ਬੇਟੀ ਦੀ ਕੋਈ ਖੁਆਇਸ਼ ਪੂਰੀ ਨਾ ਕੀਤੀ ਹੋਵੇ। ਵੈਸੇ ਤਾਂ ਅਸੀਂ ਇਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਨਲੇਸ਼ ਸਾਰਾ ਦਿਨ ਘਰ ਦਾ ਕੰਮ ਕਰਕੇ ਥੱਕ ਜਾਂਦਾ, ਹੁਣ ਰਾਤ ਦਾ ਸਮਾਂ ਉਸ ਨੂੰ ਆਰਾਮ ਕਰਨ ਦੇ, ਪਰ ਇਸ ਨੇ ਸਾਡੀ ਇੱਕ ਨਹੀਂ ਸੁਣੀ। ਹੁਣ ਤੂੰ ਹੀ ਇਸ ਨੂੰ ਸਮਝਾ ਕਿ ਇਹ ਇਸ ਸਮੇਂ ਖੁਦ ਵੀ ਸੌਂ ਜਾਵੇ ਤੇ ਸਾਨੂੰ ਵੀ ਸੌਣ ਦੇਵੇ। ਇਸ ਗੱਲ 'ਤੇ ਮੈਂ ਹੱਸਣ ਲੱਗ ਗਿਆ। ਮੈਨੂੰ ਤਾਂ ਲੱਗਿਆ ਸੀ ਕਿ ਬੰਗਲੇ 'ਚ ਸ਼ਾਇਦ ਕੋਈ ਵੱਡੀ ਪਰੇਸ਼ਾਨੀ ਹੋ ਜਾਵੇਗੀ, ਪਰ ਅਸਲ ਪਰੇਸ਼ਾਨੀ ਤਾਂ ਦਿਸ਼ਾ ਬੇਬੀ ਸੀ। ਥੋੜ੍ਹੀ ਦੇਰ ਤੱਕ ਉਸ ਦਾ ਦਿਲ ਰੱਖਣ ਦੇ ਲਈ ਮੈਂ ਉਸ ਦੇ ਨਾਲ ਖੇਡਣ ਲੱਗ ਗਿਆ। ਫਿਰ ਉਸ ਦੇ ਬਾਅਦ ਮੈਂ ਉਸ ਨੂੰ ਸੌਣ ਦੇ ਲਈ ਕਿਹਾ। ਥੋੜ੍ਹੀ ਦੇਰ ਦੇ ਬਾਅਦ ਆਪਣੇ ਕਮਰੇ 'ਚ ਜਾ ਕੇ ਆਰਾਮ ਨਾਲ ਸੌਂ ਗਈ। ਅਗਲੇ ਦਿਨ ਜਦੋਂ ਮੈਂ ਬੰਗਲੇ 'ਚ ਆਇਆ ਤਾਂ ਮੈਂ ਨੈਣਾ ਮਾਲਕਣ ਤੋਂ ਦਿਸ਼ਾ ਬੇਬੀ ਬਾਰੇ ਪੁੱਛਿਆ ਤਾਂ ਨੈਣਾ ਮਾਲਕਣ ਨੇ ਮੈਨੂੰ ਦਿਸ਼ਾ ਬੇਬੀ ਦੇ ਕਮਰੇ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ। ਉਹਨਾਂ ਨੇ ਕਿਹਾ, ਨਲੇਸ਼, ਤੂੰ ਦਿਸ਼ਾ ਨੂੰ ਜਗਾ ਲਿਆ। ਹੁਣ ਸਵੇਰ ਦੇ 11 ਵੱਜ ਗਏ ਆ। ਜੇ ਉਹ ਜ਼ਿਆਦਾ ਟਾਈਮ ਤੱਕ ਸੁੱਤੀ ਰਹੀ ਤਾਂ ਫਿਰ ਰਾਤ ਨੂੰ ਦੇਰ ਤੱਕ ਨਹੀਂ ਸੌਵੇਗੀ। ਇਸ ਲਈ ਬਿਹਤਰ ਇਹੀ ਆ ਕਿ ਉਸ ਨੂੰ ਜਾ ਕੇ ਜਗਾ ਦੇ। ਤੇਰੀ ਆਵਾਜ਼ ਸੁਣ ਕੇ ਉਹ ਜਲਦੀ ਉੱਠ ਜਾਵੇਗੀ। ਮੈਂ ਦਿਸ਼ਾ ਬੇਬੀ ਦੇ ਕਮਰੇ 'ਚ ਚਲਾ ਗਿਆ। ਜਿਵੇਂ ਮੈਂ ਦਿਸ਼ਾ ਬੇਬੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਇਹ ਦੇਖ ਕੇ ਮੇਰੀਆਂ ਅੱਖਾਂ ਦਿਸ਼ਾ ਬੇਬੀ ਦੇ ਉੱਪਰ ਹੀ ਟਿਕ ਗਈਆਂ, ਕਿਉਂਕਿ ਉਹ ਸੁੱਤੀ ਹੋਈ ਬਹੁਤ ਹੀ ਸੋਹਣੀ ਲੱਗ ਰਹੀ ਸੀ। ਉਸ ਦੀ ਖੂਬਸੂਰਤੀ ਤੇ ਮੇਰੀ ਨੀਅਤ ਵਿਗੜਨ ਲੱਗੀ। ਉਸ ਨੇ ਵਾਈਟ ਕਲਰ ਦੀ ਛੋਟੀ ਜਿਹੀ ਫਰਾਕ ਪਾਈ ਹੋਈ ਸੀ ਜੋ ਉਸ ਦੇ ਗੋਡਿਆਂ ਤੋਂ ਉੱਪਰ ਸੀ। ਉਸ ਦੀਆਂ ਲੱਤਾਂ ਸਾਫ਼-ਸਾਫ਼ ਦਿਸ ਰਹੀਆਂ ਸੀ। ਮੇਰਾ ਮਨ ਕਰ ਰਿਹਾ ਸੀ ਕਿ ਮੈਂ ਵਾਰ-ਵਾਰ ਉਸ ਨੂੰ ਦੇਖਦਾ ਰਿਹਾ। ਹੌਲੀ-ਹੌਲੀ ਉਸ ਦੇ ਕੋਲ ਜਾ ਰਿਹਾ ਸੀ। ਮੈਂ ਉਹਦੇ ਪੈਰਾਂ ਨੂੰ ਟੱਚ ਕਰਨ ਵਾਲਾ ਸੀ ਤਾਂ ਅਚਾਨਕ ਇੱਕ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ। ਮੈਂ ਘਬਰਾ ਕੇ ਪਿੱਛੇ ਹਟ ਗਿਆ। ਪਤਾ ਨਹੀਂ ਕਿਉਂ ਦਿਸ਼ਾ ਬੇਬੀ ਨੂੰ ਜਦੋਂ ਵੀ ਮੈਂ ਦੇਖਦਾ ਸੀ ਤਾਂ ਮੇਰੀ ਨੀਅਤ ਖਰਾਬ ਹੋਣ ਲੱਗ ਜਾਂਦੀ। ਕਹਿੰਦੇ ਆ ਨਾ ਕਿ ਮਰਦ ਦੀ ਫਿਤਰਤ ਹੀ ਬੜੀ ਖਰਾਬ ਹੁੰਦੀ ਆ। ਜਦੋਂ ਉਸ ਦੀ ਨੀਅਤ ਗੰਦੀ ਹੋਣ ਲੱਗਦੀ ਆ ਤਾਂ ਉਹ ਆਪਣੀ ਹਵਸ ਪੂਰੀ ਕਰਨ ਦੇ ਲਈ ਕਿਸੇ ਮਾਸੂਮ 'ਤੇ ਵੀ ਆਪਣੀ ਨਜ਼ਰ ਪਾ ਦਿੰਦਾ। ਮੇਰਾ ਹਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੋ ਗਿਆ। ਹੁਣ ਮੈਂ ਦਿਸ਼ਾ ਬੇਬੀ ਨੂੰ ਇਸ ਨਜ਼ਰ ਨਾਲ ਹੀ ਦੇਖਣ ਲੱਗ ਗਿਆ ਸੀ। ਜਦੋਂ ਮੇਰੇ ਨਾਲ ਖੇਡਦੀ ਸੀ ਤਾਂ ਮੈਂ ਚੋਰੀ ਚੁੱਪ ਕੇ ਉਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦਾ ਸੀ। ਮੈਂ ਉਸ ਦੇ ਨਾਲ ਬਿਲਕੁਲ ਬੱਚਾ ਬਣ ਜਾਂਦਾ ਸੀ। ਇਹੀ ਵਜ੍ਹਾ ਸੀ ਕਿ ਮੈਂ ਉਸ ਨੂੰ ਪਸੰਦ ਆਉਣ ਲੱਗ ਗਿਆ। ਉਹ ਮੇਰੀ ਆਦੀ ਹੋ ਗਈ। ਨੈਣਾ ਮਾਲਕਣ ਵੀ ਮੈਨੂੰ ਕਹਿੰਦੀ ਸੀ ਕਿ ਤੂੰ ਹੀ ਮੇਰੀ ਬੇਟੀ ਦੇ ਜ਼ਿਆਦਾਤਰ ਕੰਮ ਕਰਿਆ ਕਰ, ਤੇਰੇ ਹੁੰਦੇ ਹੋਏ ਉਹ ਮੇਰੇ ਨਾਲ ਕੋਈ ਜ਼ਿੱਦ ਨਹੀਂ ਕਰਦੀ। ਨੈਣਾ ਮਾਲਕਣ ਹੁਣ ਜ਼ਿਆਦਾਤਰ ਆਪਣੀਆਂ ਫਰੈਂਡਸ ਨਾਲ ਬਿਜ਼ੀ ਰਹਿੰਦੀ। ਇਹੀ ਵਜ੍ਹਾ ਸੀ ਕਿ ਉਹਨਾਂ ਦੀ ਬੇਟੀ ਦਾ ਧਿਆਨ ਮੇਰੇ ਵੱਲ ਹੋਣ ਕਰਕੇ ਉਹ ਬਿਲਕੁਲ ਬੇਫਿਕਰ ਰਹਿਣ ਲੱਗ ਗਈ ਸੀ। ਹਮੇਸ਼ਾ ਆਪਣੀਆਂ ਸਹੇਲੀਆਂ ਨਾਲ ਪਾਰਟੀ ਕਰਦੀ, ਉਹਨਾਂ ਨੂੰ ਘਰ ਬੁਲਾਉਂਦੀ, ਬੇਫਿਕਰੀ ਨਾਲ ਉਹਨਾਂ ਦੇ ਨਾਲ ਸ਼ਾਪਿੰਗ ਕਰਨ ਜਾਂਦੀ। ਮੈਂ ਦਿਸ਼ਾ ਬੇਬੀ ਦਾ ਬਹੁਤ ਹੀ ਖਿਆਲ ਰੱਖਦਾ। ਉਹਨਾਂ ਨੂੰ ਲੱਗਦਾ ਸੀ ਕਿ ਜਗ੍ਹਾ ਜਗ੍ਹਾ 'ਤੇ ਕੈਮਰੇ ਲੱਗੇ ਹੋਏ ਆ, ਉਹਨਾਂ ਦੀ ਬੇਟੀ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ।
ਇਸੇ ਵਜ੍ਹਾ ਕਰਕੇ ਉਹ ਆਪਣੀ ਬੇਟੀ ਵੱਲੋਂ ਮੇਰੇ ਹੁੰਦੇ ਹੋਏ ਜ਼ਿਆਦਾਤਰ ਬੇਫਿਕਰ ਰਹਿਣ ਲੱਗ ਗਈ ਸੀ। ਪਰ ਉਹ ਇਹ ਨਹੀਂ ਜਾਣਦੀ ਸੀ ਕਿ ਕਦੇ-ਕਦੇ ਅਸੀਂ ਜਿਸ 'ਤੇ ਜ਼ਿਆਦਾ ਭਰੋਸਾ ਕਰਦੇ ਹਾਂ ਉਹ ਪਲ ਵਿੱਚ ਹੀ ਸਾਡਾ ਭਰੋਸਾ ਚਕਨਾਚੂਰ ਕਰਨ ਦੇ ਲਈ ਕਾਫੀ ਹੁੰਦਾ। ਮੈਂ ਆਪਣੇ ਆਪ ਨੂੰ ਸੰਭਾਲਣ ਦੀ ਬਹੁਤ ਹੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਦਿਸ਼ਾ ਬੇਬੀ 'ਤੇ ਗੰਦੀ ਨਜ਼ਰ ਨਾ ਪਾਵਾਂ। ਉਹ ਬੱਚੀ ਆ, ਮੈਨੂੰ ਉਸ ਦੇ ਬਾਰੇ ਕਦੇ ਗਲਤ ਨਹੀਂ ਸੋਚਣਾ ਚਾਹੀਦਾ। ਪਰ ਮੇਰੇ ਦਿਮਾਗ 'ਚ ਹਮੇਸ਼ਾ ਉਸ ਨੂੰ ਦੇਖ-ਦੇਖ ਕੇ ਇਹੀ ਖਿਆਲ ਆਉਂਦਾ ਰਹਿੰਦਾ ਕਿ ਅਜਿਹਾ ਕਰਨਾ ਬਹੁਤ ਵੱਡਾ ਪਾਪ ਸੀ। ਮੇਰੇ 'ਤੇ ਚੜ੍ਹਦੀ ਜਵਾਨੀ ਸੀ, ਇਸ ਲਈ ਮੇਰੇ ਨਾਲ ਇਹ ਸਭ ਕੁਝ ਹੋ ਰਿਹਾ ਸੀ। ਹੁਣ ਮੈਂ ਦਿਸ਼ਾ ਬੇਬੀ ਨੂੰ ਕਿਸੇ ਸੁੰਨੀ ਜਗ੍ਹਾ 'ਤੇ ਲਿਜਾਣ ਦੀ ਵਿਉਂਤਬੰਦੀ ਵਿੱਚ ਸੀ। ਮੈਂ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰਦਾ। ਮੇਰੇ ਛੂਹਣ 'ਤੇ ਉਸ ਨੂੰ ਬਹੁਤ ਗੁਦਗੁਦੀ ਹੁੰਦੀ ਅਤੇ ਉੱਚੀ-ਉੱਚੀ ਹੱਸਣ ਲੱਗ ਜਾਂਦੀ। ਇਸ ਲਈ ਮੈਂ ਉਸ ਨੂੰ ਜ਼ਿਆਦਾ ਟੱਚ ਨਹੀਂ ਕਰਦਾ ਸੀ। ਉਹ ਮਾਸੂਮ ਬੱਚੀ ਸੀ, ਇਹ ਨਹੀਂ ਜਾਣਦੀ ਸੀ ਕਿ ਮੈਂ ਉਸ ਦੇ ਨਾਲ ਕੀ ਕਰ ਰਿਹਾ। ਇੱਕ ਵਾਰ ਮੈਂ ਦਿਸ਼ਾ ਬੇਬੀ ਨਾਲ ਨਾਰਾਜ਼ ਹੋਣ ਦੀ ਐਕਟਿੰਗ ਕੀਤੀ। ਮੈਂ ਦੇਖਣਾ ਚਾਹੁੰਦਾ ਸੀ ਕਿ ਮੇਰੇ ਨਾਰਾਜ਼ ਹੋਣ 'ਤੇ ਦਿਸ਼ਾ ਬੇਬੀ ਦਾ ਕੀ ਹਾਲ ਹੋਣ ਵਾਲਾ, ਕਿਉਂਕਿ ਮੈਂ ਕਈ ਵਾਰ ਨੈਣਾ ਮਾਲਕਨ ਦੇ ਮੂੰਹ 'ਚੋਂ ਇਹ ਸੁਣ ਚੁੱਕਿਆ ਸੀ ਕਿ ਉਸ ਨੂੰ ਤੇਰੇ ਬਿਨਾਂ ਰਹਿਣ ਦੀ ਆਦਤ ਨਹੀਂ। ਉਹ ਮੈਨੂੰ ਬਹੁਤ ਚੰਗਾ ਦੋਸਤ ਸਮਝਦੀ ਆ ਅਤੇ ਉਹ ਚਾਹੁੰਦੀ ਆ ਕਿ ਹਮੇਸ਼ਾ ਆਪਣੇ ਦੋਸਤ ਦੇ ਨਾਲ ਖੇਡਦੀ ਰਹੇ। ਸਿਰਫ ਪੜ੍ਹਨ ਦੇ ਸਮੇਂ ਹੀ ਉਹ ਮੇਰੇ ਤੋਂ ਅਲੱਗ ਹੁੰਦੀ ਸੀ, ਬਾਕੀ ਜ਼ਿਆਦਾਤਰ ਸਾਰਾ ਦਿਨ ਅਸੀਂ ਦੋਨੋਂ ਇਕੱਠੇ ਹੁੰਦੇ। ਮੈਂ ਦਿਸ਼ਾ ਬੇਬੀ ਨੂੰ ਕਿਹਾ ਕਿ ਮੈਂ ਤੇਰੇ ਨਾਲ ਨਾਰਾਜ਼ ਹਾਂ, ਮੈਂ ਤੇਰੇ ਸਾਰੇ ਕੰਮ ਕਰਦਾ, ਪਰ ਅੱਜ ਤੱਕ ਤੂੰ ਮੇਰੇ ਲਈ ਕੋਈ ਕੁਝ ਨਹੀਂ ਕੀਤਾ। ਦਿਸ਼ਾ ਬੇਬੀ ਕਹਿਣ ਲੱਗੀ, ਨਲੇਸ਼ ਦੱਸੋ ਮੈਂ ਤੁਹਾਡਾ ਕੀ ਕੰਮ ਕਰਾਂ ਜਿਸ ਤੋਂ ਤੁਸੀਂ ਖੁਸ਼ ਹੋ ਜਾਵੋ। ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਚੰਗਾ ਜਿਹਾ ਗਿਫਟ ਦੇ ਦੇ, ਮੈਂ ਖੁਸ਼ ਹੋ ਜਾਵਾਂਗਾ। ਅੱਜ ਤੱਕ ਮੈਨੂੰ ਕਿਸੇ ਨੇ ਕੋਈ ਗਿਫਟ ਨਹੀਂ ਦਿੱਤਾ, ਮੈਂ ਚਾਹੁੰਦਾ ਹਾਂ ਕਿ ਮੈਨੂੰ ਕੋਈ ਗਿਫਟ ਦੇਵੇ। ਉਹ ਕਹਿਣ ਲੱਗੀ, ਫਿਕਰ ਨਾ ਕਰ, ਮੈਂ ਤੇਰੇ ਲਈ ਬਹੁਤ ਚੰਗਾ ਗਿਫਟ ਲੈ ਕੇ ਆਵਾਂਗੀ ਜਿਸ ਨਾਲ ਤੁਹਾਡੀ ਬਹੁਤ ਹੈਲਪ ਹੋਵੇਗੀ। ਮੈਂ ਕਿਹਾ, ਜੇ ਤੂੰ ਮੈਨੂੰ ਕੋਈ ਗਿਫਟ ਨਾ ਦਿੱਤਾ ਤਾਂ ਮੈਂ ਤੇਰੇ ਨਾਲ ਨਾਰਾਜ਼ ਹੋ ਜਾਵਾਂਗਾ। ਦਿਸ਼ਾ ਬੇਬੀ ਨੇ ਕਿਹਾ ਕਿ ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ, ਮੈਂ ਕੱਲ੍ਹ ਤੈਨੂੰ ਗਿਫਟ ਜ਼ਰੂਰ ਦੇਵਾਂਗੀ। ਅਗਲੇ ਦਿਨ ਉਸ ਨੇ ਮੈਨੂੰ ਇੱਕ ਅਜਿਹਾ ਗਿਫਟ ਦਿੱਤਾ ਜਿਸ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋ ਗਿਆ। ਉਹ ਆਪਣੇ ਪਾਪਾ ਦੇ ਨਾਲ ਜਾ ਕੇ ਮੇਰੇ ਲਈ ਕੱਪੜੇ ਖਰੀਦ ਕੇ ਲੈ ਕੇ ਆਈ। ਉਸ ਨੇ ਕਿਹਾ ਕਿ ਉਹ ਹਮੇਸ਼ਾ ਪੁਰਾਣੇ ਕੱਪੜੇ ਪਾਉਂਦਾ, ਕਦੇ ਵੀ ਮੈਨ ਨੇਲਜ਼ ਨੂੰ ਸਮਾਰਟ ਕੱਪੜਿਆਂ ਵਿੱਚ ਨਹੀਂ ਦੇਖਿਆ, ਇਸ ਲਈ ਮੈਂ ਨਲੇਸ਼ ਲਈ ਕੱਪੜੇ ਲੈ ਕੇ ਆਵਾਂਗੀ। ਫਿਰ ਉਸ ਨੇ ਮੈਨੂੰ ਉਹ ਕੱਪੜੇ ਦਿੱਤੇ ਅਤੇ ਕਿਹਾ ਕਿ ਤੂੰ ਇਹ ਕੱਪੜੇ ਪਾ ਲੈ। ਮੈਂ ਉਸ ਦਾ ਸ਼ੁਕਰੀਆ ਅਦਾ ਕੀਤਾ। ਸੱਚਮੁੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਨੇ ਮੈਨੂੰ ਇੰਨੇ ਪਿਆਰ ਨਾਲ ਗਿਫਟ ਦਿੱਤਾ ਸੀ। ਉਸ ਦਾ ਗਿਫਟ ਮੈਂ ਦਿਲ ਤੋਂ ਕਬੂਲ ਕਰ ਲਿਆ। ਉਹ ਬਹੁਤ ਚੰਗੀ ਸੀ। ਉਹ ਮੈਨੂੰ ਵੀਰਾ ਕਹਿੰਦੀ ਰਹਿੰਦੀ ਸੀ। ਉਸ ਦੇ ਮੰਮੀ ਪਾਪਾ ਵੀ ਮੇਰੇ 'ਤੇ ਬਹੁਤ ਭਰੋਸਾ ਕਰਦੇ। ਫਿਰ ਵੀ ਮੇਰੇ ਸ਼ੈਤਾਨੀ ਦਿਮਾਗ 'ਚ ਅਜਿਹਾ ਅਜੀਬ ਜਿਹਾ ਫਤੂਰ ਸਵਾਰ ਰਹਿੰਦਾ ਸੀ। ਪਤਾ ਨਹੀਂ ਕਿਉਂ ਮੈਂ ਉਸ ਦੀ ਇੱਜ਼ਤ ਖਰਾਬ ਕਰਨ ਦੀ ਪਲੈਨਿੰਗ ਆਪਣੇ ਦਿਮਾਗ ਵਿੱਚ ਬਣਾ ਰਿਹਾ ਸੀ। ਹੁਣ ਤਾਂ ਜਦੋਂ ਦਾਸ ਨੇ ਮੈਨੂੰ ਗਿਫਟ ਦਿੱਤਾ ਤਾਂ ਮੈਂ ਉਸ 'ਤੇ ਜ਼ਿਆਦਾ ਹੀ ਫਿਦਾ ਹੋ ਗਿਆ। ਮੈਂ ਸੋਚ ਰਿਹਾ ਸੀ ਕਿ ਮੈਂ ਜੋ ਵੀ ਦਿਸ਼ਾ ਨੂੰ ਕਹਾਂਗਾ ਉਹ ਮੇਰੇ ਲਈ ਕਰਨ ਦੇ ਲਈ ਤਿਆਰ ਹੋ ਜਾਵੇਗੀ। ਫਿਰ ਮੈਂ ਇੱਕ ਪਲਾਨ ਬਣਾਇਆ। ਅਗਲੇ ਦਿਨ ਮੈਂ ਸੁਬਾਹ ਦੇ ਟਾਈਮ ਬੰਗਲੇ ਦੇ ਅੰਦਰ ਗਿਆ। ਮੈਂ ਦੇਖਿਆ ਵੱਡੇ ਮਾਲਕ ਤੇ ਰਾਹੁਲ ਸਾਹਿਬ ਬੈਠੇ ਚਾਹ ਪੀ ਰਹੇ ਸੀ ਤੇ ਗੱਲਾਂ ਕਰ ਰਹੇ ਸੀ। ਉਹ ਦੋਨੋਂ ਬਿਜ਼ਨਸ ਦੇ ਸਿਲਸਿਲੇ ਵਿੱਚ ਗੱਲਾਂ ਕਰ ਰਹੇ ਸੀ, ਜਦਕਿ ਵੱਡੇ ਮਾਲਕ ਨੇ ਹੱਥ ਵਿੱਚ ਨਿਊਜ਼ਪੇਪਰ ਸੀ। ਉਹਨਾਂ ਨੇ ਨਿਊਜ਼ਪੇਪਰ ਪੜ੍ਹਦੇ ਹੋਏ ਆਪਣੇ ਬੇਟੇ ਨੂੰ ਦੱਸਿਆ ਕਿ ਅੱਜ ਕੱਲ੍ਹ ਸ਼ਹਿਰ ਵਿੱਚ ਡਰੱਗਸ ਦਾ ਮਾਮਲਾ ਬਹੁਤ ਵੱਧ ਗਿਆ। ਪੁਲਿਸ ਨੇ ਸ਼ਹਿਰ 'ਚ ਕਈ ਛਾਪੇ ਮਾਰੇ ਆ। ਇਸ ਗੱਲ 'ਤੇ ਉਹਨਾਂ ਦੇ ਬੇਟੇ ਨੇ ਜਵਾਬ ਦਿੱਤਾ ਕਿ ਸਾਡੇ ਦੇਸ਼ ਵਿੱਚ ਨੌਜਵਾਨਾਂ ਨੂੰ ਵਿਗਾੜਨ ਦੇ ਵਿੱਚ ਸਮਗਲਰਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ। ਇਹ ਕਹਿ ਕੇ ਉਹਨਾਂ ਦੋਹਾਂ ਨੇ ਆਪਣੀ ਗੱਲ ਖਤਮ ਕਰ ਲਈ। ਮੈਂ ਦਿਸ਼ਾ ਬੇਬੀ ਦੇ ਕਮਰੇ 'ਚ ਚਲਾ ਗਿਆ। ਉਸ ਨੂੰ ਦੇਖ ਕੇ ਹੀ ਮੇਰੀ ਸੁਬਾਹ ਦੀ ਸ਼ੁਰੂਆਤ ਹੁੰਦੀ ਸੀ। ਜਦੋਂ ਮੈਂ ਦਿਸ਼ਾ ਬੇਬੀ ਦੇ ਕਮਰੇ ਵਿੱਚ ਗਿਆ ਤਾਂ ਮੈਂ ਦੇਖਿਆ ਕਿ ਉਸਨੇ ਪਿੰਕ ਕਲਰ ਦਾ ਗਾਊਨ ਪਾਇਆ ਹੋਇਆ ਸੀ। ਬਹੁਤ ਸੋਹਣੀ ਲੱਗ ਰਹੀ ਸੀ ਤੇ ਨੌਕਰਾਣੀ ਉਸ ਨੂੰ ਤਿਆਰ ਕਰ ਰਹੀ ਸੀ। ਜਦੋਂ ਦਾ ਮੈਂ ਉਸ ਨੂੰ ਸਮਝਾਇਆ ਸੀ ਕਿ ਸੁਬਾਹ ਜਲਦੀ ਉੱਠਣਾ ਚਾਹੀਦਾ ਕਿਉਂਕਿ ਸੁਬਾਹ ਦੇਰ ਤੱਕ ਸੌਣ ਨਾਲ ਸਿਹਤ ਖਰਾਬ ਹੋ ਜਾਂਦੀ ਆ, ਉਹ ਜਲਦੀ ਉੱਠ ਜਾਂਦੀ ਸੀ। ਮੇਰੀ ਨਜ਼ਰ ਉਸ ਦੀਆਂ ਗੋਰੀਆਂ ਬਾਹਾਂ 'ਤੇ ਪਈ। ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ 'ਤੇ ਕਾਬੂ ਕੀਤਾ। ਥੋੜ੍ਹੀ ਦੇਰ ਉਸ ਨਾਲ ਗੱਲ ਕਰਨ ਤੋਂ ਬਾਅਦ ਮੈਂ ਬਹਾਨਾ ਬਣਾ ਕੇ ਬੰਗਲੇ ਵਿੱਚ ਬਾਹਰ ਚਲਾ ਗਿਆ। ਮੈਂ ਮੈਡੀਕਲ ਸਟੋਰ ਤੋਂ ਨੀਂਦ ਵਾਲੀ ਦਵਾਈ ਲੈ ਕੇ ਆਇਆ। ਉਹ ਦਵਾਈ ਮੈਂ ਆਪਣੇ ਕੁਆਟਰ ਵਿੱਚ ਸੰਭਾਲ ਕੇ ਰੱਖ ਲਈ। ਫਿਰ ਮੈਂ ਬੰਗਲੇ ਵਿੱਚ ਆਪਣੇ ਕੰਮ 'ਚ ਬਿਜ਼ੀ ਹੋ ਗਿਆ। ਸ਼ਾਮ ਦੇ ਟਾਈਮ ਜਦੋਂ ਮੈਂ ਦਿਸ਼ਾ ਬੇਬੀ ਆਪਣੇ ਟਿਊਸ਼ਨ ਟੀਚਰ ਤੋਂ ਪੜ੍ਹ ਕੇ ਫ੍ਰੀ ਹੋਈ ਤਾਂ ਮੇਰੇ ਨਾਲ ਗੱਲਾਂ ਕਰਨ ਲੱਗ ਗਈ। ਮੈਂ ਗੱਲਾਂ ਵਿੱਚ ਦਿਸ਼ਾ ਬੇਬੀ ਨੂੰ ਕਿਹਾ ਕਿ ਲੱਗਦਾ ਤੈਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਆ। ਉਸ ਨੇ ਮੇਰੀ ਗੱਲ ਸੁਣ ਕੇ ਕਿਹਾ, ਨਹੀਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਮੰਮੀ ਨੇ ਕਿਹਾ ਕਿ ਜਲਦੀ ਸੌਂ ਜਾਇਆ ਕਰ। ਬਸ ਉਹਨਾਂ ਦੇ ਕਹਿਣ 'ਤੇ ਮੈਂ ਕਮਰੇ 'ਚ ਜਾ ਕੇ ਅੱਖਾਂ ਬੰਦ ਕਰਕੇ ਪੈ ਜਾਂਦੀ ਆ। ਮੰਮੀ ਤਾਂ
ਜਿਵੇਂ ਹੀ ਮੇਰੇ ਨਾਲ ਪੈਂਦੇ ਆ ਉਦੋਂ ਹੀ ਉਹਨਾਂ ਦੀ ਨੀਂਦ ਆਉਣ ਲੱਗ ਜਾਂਦੀ ਆ। ਮੈਂ ਵਾਰ-ਵਾਰ ਉਹਨਾਂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੀ ਹਾਂ ਤਾਂ ਜੋ ਮੇਰਾ ਟਾਈਮ ਪਾਸ ਹੋ ਸਕੇ। ਮੈਂ ਕਿਹਾ ਦਿਸ਼ਾ ਬੇਬੀ, ਤੈਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਅਤੇ ਨਾ ਹੀ ਆਪਣੇ ਮੰਮੀ ਪਾਪਾ ਨੂੰ ਪਰੇਸ਼ਾਨ ਕਰਨ ਦੀ ਜ਼ਰੂਰਤ ਆ। ਤੂੰ ਜਾਣਦੀ ਆ ਤੇਰੇ ਪਾਪਾ ਘਰ 'ਚ ਕੰਮ ਤੋਂ ਬਹੁਤ ਥੱਕ ਕੇ ਆਉਂਦੇ ਆ, ਉਹਨਾਂ ਨੇ ਵੀ ਸੌਣਾ ਹੁੰਦਾ, ਅਤੇ ਤੇਰੀ ਮੰਮੀ ਵੀ ਲੋਕਾਂ ਨਾਲ ਮੀਟਿੰਗਾਂ ਕਰ ਕਰਕੇ ਥੱਕ ਜਾਂਦੀ ਆ, ਪਰ ਤੂੰ ਤਾਂ ਸਾਰਾ ਦਿਨ ਘਰ 'ਚ ਰਹਿੰਦੀ ਆ, ਇਸ ਲਈ ਤੈਨੂੰ ਕੋਈ ਥਕਾਵਟ ਨਹੀਂ ਹੁੰਦੀ। ਵੈਸੇ ਵੀ ਬੱਚਿਆਂ ਨੂੰ ਰਾਤ ਨੂੰ ਦੇਰ ਨਾਲ ਸੌਣ ਅਤੇ ਸੁਬਾਹ ਦੇਰ ਨਾਲ ਜਾਗਣ ਦੀ ਆਦਤ ਹੁੰਦੀ ਆ। ਮੈਂ ਤੇਰੀ ਇਹ ਪਰੇਸ਼ਾਨੀ ਬਹੁਤ ਚੰਗੀ ਤਰ੍ਹਾਂ ਨਾਲ ਸਮਝਦਾ ਹਾਂ। ਤੂੰ ਇੱਕ ਕੰਮ ਕਿਉਂ ਨਹੀਂ ਕਰਦੀ? ਤੂੰ ਚੁੱਪਚਾਪ ਰਾਤ ਦੇ ਸਮੇਂ ਆਪਣੇ ਮੰਮੀ ਪਾਪਾ ਦੇ ਸੌਂ ਜਾਣ ਤੋਂ ਬਾਅਦ ਮੇਰੇ ਕੋਲ ਕੁਆਟਰ ਵਿੱਚ ਆ ਜਾਇਆ ਕਰ, ਕਿਉਂਕਿ ਮੈਨੂੰ ਵੀ ਨੀਂਦ ਨਹੀਂ ਆਉਂਦੀ। ਮੈਂ ਵੀ ਕਾਫੀ ਰਾਤ ਤੱਕ ਨਹੀਂ ਸੌਂਦਾ, ਬਲਕਿ ਕਦੇ-ਕਦੇ ਤਾਂ ਰਾਤ ਜਾਗਦਾ ਹੀ ਰਹਿਣਾ। ਫਿਰ ਆਪਾਂ ਰਾਤ ਨੂੰ ਖੂਬ ਖੇਡਿਆ ਕਰਾਂਗੇ, ਇੱਕ ਦੂਜੇ ਨਾਲ ਗੱਲਾਂ ਕਰਿਆ ਕਰਾਂਗੇ। ਇਸ ਤਰ੍ਹਾਂ ਤੇਰਾ ਵੀ ਟਾਈਮ ਪਾਸ ਹੋ ਜਾਇਆ ਕਰੇਗਾ। ਮੇਰੀ ਗੱਲ ਸੁਣ ਕੇ ਦਿਸ਼ਾ ਬੇਬੀ ਬਹੁਤ ਹੀ ਖੁਸ਼ ਹੋ ਗਈ। ਉਸਨੇ ਕਿਹਾ, ਠੀਕ ਆ, ਮੈਂ ਅੱਜ ਰਾਤ ਹੀ ਤੁਹਾਡੇ ਕੋਲ ਕੁਆਟਰ ਵਿੱਚ ਆ ਜਾਵਾਂਗੀ। ਮੈਂ ਕਿਹਾ, ਪਰ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਜੇ ਤੇਰੇ ਮੰਮੀ ਪਾਪਾ ਨੇ ਤੈਨੂੰ ਕੁਆਟਰ 'ਚ ਆਉਂਦੇ ਦੇਖ ਲਿਆ ਤਾਂ ਬਹੁਤ ਗੜਬੜ ਹੋ ਜਾਵੇਗੀ। ਸਾਰੇ ਇਲਜ਼ਾਮ ਮੇਰੇ 'ਤੇ ਹੀ ਲਗਾਉਣਗੇ ਕਿ ਤੂੰ ਦਿਸ਼ਾ ਬੇਬੀ ਨੂੰ ਆਪਣੇ ਕੁਆਟਰ 'ਚ ਬੁਲਾਇਆ। ਉਹ ਕਹਿਣ ਲੱਗੀ ਕਿ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ, ਚੋਰੀ ਚੁੱਪ ਕੇ ਤੁਹਾਨੂੰ ਮਿਲਣ ਦੇ ਲਈ ਆਵਾਂਗੀ। ਇਹ ਕਹਿ ਕੇ ਉਹ ਬਹੁਤ ਖੁਸ਼ ਹੋਈ। ਮੈਨੂੰ ਬੜੀ ਬੇਸਬਰੀ ਨਾਲ ਰਾਤ ਦੀ ਉਡੀਕ ਹੋਣ ਲੱਗੀ। ਮੈਂ ਆਪਣੇ ਕੁਆਟਰ 'ਚ ਪਿਆ ਸੀ ਤੇ ਦਿਸ਼ਾ ਬੇਬੀ ਨੂੰ ਉਡੀਕ ਰਿਹਾ ਸੀ। ਮੈਂ ਦੇਖਣਾ ਚਾਹੁੰਦਾ ਸੀ ਕਿ ਉਹ ਅੱਜ ਮੇਰੇ ਕੁਆਟਰ 'ਚ ਆਉਂਦੀ ਆ ਜਾਂ ਨਹੀਂ। ਲਗਭਗ 3 ਵਜੇ ਮੇਰੇ ਕੁਆਟਰ ਦਾ ਦਰਵਾਜ਼ਾ ਖੜਕਿਆ। ਮੈਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਦਿਸ਼ਾ ਬੇਬੀ ਖੜੀ ਸੀ। ਮੈਂ ਫਟਾਫਟ ਦਿਸ਼ਾ ਬੇਬੀ ਦਾ ਹੱਥ ਫੜ ਕੇ ਉਸ ਨੂੰ ਕਮਰੇ ਦੇ ਅੰਦਰ ਕਰ ਲਿਆ ਤੇ ਦਰਵਾਜ਼ਾ ਬੰਦ ਕਰ ਲਿਆ। ਮੈਂ ਉਸ ਨੂੰ ਪੁੱਛਿਆ ਕਿ ਤੈਨੂੰ ਇੱਥੇ ਆਉਂਦੇ ਹੋਏ ਕਿਸੇ ਨੇ ਦੇਖਿਆ ਤਾਂ ਨਹੀਂ? ਉਹ ਕਹਿਣ ਲੱਗੀ, ਮੈਨੂੰ ਆਉਂਦੇ ਹੋਏ ਕੌਣ ਦੇਖੂਗਾ, ਸਾਰੇ ਤਾਂ ਸੁੱਤੇ ਪਏ ਆ, ਬਾਹਰ ਗਾਰਡ ਵੀ ਨਹੀਂ, ਰਸਤਾ ਬਿਲਕੁਲ ਸਾਫ਼ ਸੀ, ਇਸ ਲਈ ਮੈਂ ਤੈਨੂੰ ਮਿਲਣ ਦੇ ਲਈ ਆ ਗਈ। ਮੈਂ ਉਸ ਨੂੰ ਕਿਹਾ, ਚੱਲ ਆਪਾਂ ਬੈਠ ਕੇ ਖੇਡਦੇ ਹਾਂ। ਉਹ ਮੇਰੇ ਬਿਸਤਰੇ 'ਤੇ ਬੈਠ ਗਈ। ਮੈਂ ਵੀ ਉਸ ਦੇ ਕੋਲ ਜਾ ਕੇ ਬੈਠ ਗਿਆ। ਉਹ ਕਿੰਨੀ ਸੋਹਣੀ ਤੇ ਮਾਸੂਮ ਸੀ। ਸਾਰੀ ਦੀ ਸਾਰੀ ਮਾਸੂਮੀਅਤ ਉਸ ਦੇ ਚਿਹਰੇ 'ਤੇ ਨਜ਼ਰ ਆ ਰਹੀ ਸੀ। ਹੁਣ ਮੈਂ ਦੂਜਾ ਪਹਿਲੂ ਅਜਮਾਉਣਾ ਸੀ। ਮੈਂ ਆਪਣੇ ਸਿਰਹਾਣੇ ਹੇਠਾਂ ਰੱਖੀ ਦਵਾਈ ਕੱਢੀ ਤੇ ਦਿਸ਼ਾ ਬੇਬੀ ਨੂੰ ਕਿਹਾ ਕਿ ਤੂੰ ਇੰਨੀ ਦੂਰ ਤੁਰ ਕੇ ਆਈ ਆ, ਤੈਨੂੰ ਪਿਆਸ ਲੱਗੀ ਹੋਵੇਗੀ। ਉਹ ਕਹਿਣ ਲੱਗੀ, ਨਹੀਂ, ਮੈਨੂੰ ਪਿਆਸ ਨਹੀਂ ਲੱਗੀ। ਮੈਂ ਕਿਹਾ, ਨਹੀਂ ਤੈਨੂੰ ਪਿਆਸ ਲੱਗੀ ਤਾਂ ਫਿਰ ਵੀ ਤੈਨੂੰ ਪਾਣੀ ਪੀਣਾ ਚਾਹੀਦਾ, ਕਿਉਂਕਿ ਗਰਮੀ ਦਾ ਟਾਈਮ ਆ, ਜਲਦੀ ਜਲਦੀ ਪਾਣੀ ਪੀਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ। ਉਹ ਮੇਰੇ ਕਹਿਣ 'ਤੇ ਪਾਣੀ ਪੀਣ ਲਈ ਰਾਜ਼ੀ ਹੋ ਗਈ। ਮੈਂ ਨਜ਼ਰ ਬਚਾ ਕੇ ਨੀਂਦ ਵਾਲੀ ਦਵਾਈ ਪਾਣੀ 'ਚ ਮਿਲਾ ਦਿੱਤੀ ਤੇ ਪਾਣੀ ਦਾ ਗਲਾਸ ਦਿਸ਼ਾ ਬੇਬੀ ਨੂੰ ਦੇ ਦਿੱਤਾ। ਦਿਸ਼ਾ ਬੇਬੀ ਕਹਿਣ ਲੱਗੀ, ਮੈਨੂੰ ਪਿਆਸ ਨਹੀਂ ਲੱਗੀ ਹੋਈ ਨਲੇਸ਼ ਭਾਈ, ਪਰ ਜੇ ਤੁਸੀਂ ਮੇਰੇ ਲਈ ਪਾਣੀ ਲੈ ਕੇ ਆਏ ਹੋ ਤਾਂ ਮੈਂ ਪਾਣੀ ਪੀ ਲੈਂਦੀ ਆ। ਉਸਨੇ ਦੋਨਾਂ ਹੱਥਾਂ ਨਾਲ ਗਲਾਸ ਫੜ ਲਿਆ ਤੇ ਆਪਣੇ ਮੂੰਹ ਨੂੰ ਲਗਾ ਲਿਆ। ਫਿਰ ਮੈਂ ਪਾਣੀ ਵਾਲਾ ਗਲਾਸ ਫੜ ਕੇ ਇੱਕ ਸਾਈਡ 'ਤੇ ਰੱਖ ਦਿੱਤਾ ਤੇ ਉਸ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਗਿਆ। ਮੇਰੇ ਨਾਲ ਅਜੇ ਉਹ ਗੱਲਾਂ ਕਰ ਹੀ ਰਹੀ ਸੀ ਤਾਂ ਅਚਾਨਕ ਉਸ ਦਾ ਸਿਰ ਚਕਰਾਉਣ ਲੱਗ ਗਿਆ। ਇੱਧਰ ਉੱਧਰ ਦੇਖ ਕੇ ਕਹਿਣ ਲੱਗੀ, ਨਲੇਸ਼ ਬਾਈ, ਮੈਨੂੰ ਸਭ ਕੁਝ ਘੁੰਮਦਾ ਹੋਇਆ ਨਜ਼ਰ ਆ ਰਿਹਾ। ਮੈਂ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਅਜੇ ਮੈਂ ਉਸ ਨੂੰ ਕੁਝ ਕਹਿਣ ਹੀ ਵਾਲਾ ਸੀ ਤਾਂ ਅਚਾਨਕ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਣ ਲੱਗਿਆ। ਮੈਂ ਘਬਰਾ ਗਿਆ ਕਿ ਇਸ ਸਮੇਂ ਕੌਣ ਆਇਆ ਹੋਵੇਗਾ। ਮੈਂ ਦਿਸ਼ਾ ਬੇਬੀ ਵੱਲ ਦੇਖਿਆ ਤੇ ਉਸ ਨੂੰ ਕਿਹਾ ਕਿ ਦਿਸ਼ਾ ਬੇਬੀ, ਜੇ ਤੈਨੂੰ ਇੱਥੇ ਕਿਸੇ ਨੇ ਦੇਖ ਲਿਆ ਤਾਂ ਬਹੁਤ ਗੜਬੜ ਹੋ ਜਾਵੇਗੀ। ਦਿਸ਼ਾ ਬੇਬੀ ਕੁਝ ਵੀ ਕਹਿਣ ਦੀ ਹਾਲਤ ਵਿੱਚ ਨਹੀਂ ਸੀ। ਮੈਂ ਉਸ ਨੂੰ ਕਿਹਾ, ਤੂੰ ਜਲਦੀ ਨਾਲ ਬੈੱਡ ਦੇ ਹੇਠਾਂ ਲੁਕ ਜਾ। ਮੈਂ ਉਸ ਦਾ ਹੱਥ ਫੜ ਕੇ ਬੈੱਡ ਤੋਂ ਉਤਾਰਿਆ ਤੇ ਬੈੱਡ ਦੇ ਹੇਠਾਂ ਪੈਣ ਦੇ ਲਈ ਕਹਿ ਦਿੱਤਾ। ਮੈਂ ਕਿਹਾ ਕਿ ਮੈਂ ਦੇਖਦਾ ਦਰਵਾਜ਼ੇ 'ਤੇ ਕੌਣ ਆਇਆ। ਜਦੋਂ ਤੱਕ ਮੈਂ ਨਾ ਕਹਾਂ ਤੂੰ ਬੈੱਡ ਦੇ ਹੇਠੋਂ ਨਹੀਂ ਨਿਕਲਣਾ। ਉਸ ਨੇ ਹਾਂ ਵਿੱਚ ਗਰਦਨ ਹਿਲਾ ਦਿੱਤੀ ਤੇ ਉਹ ਬੈੱਡ ਦੇ ਹੇਠਾਂ ਆਰਾਮ ਨਾਲ ਲੇਟ ਗਈ। ਮੈਂ ਦਰਵਾਜ਼ਾ ਖੋਲ੍ਹਿਆ ਤਾਂ 2 ਗਾਰਡ ਆਏ। ਉਹਨਾਂ ਨੇ ਕਿਹਾ, ਦਿਸ਼ਾ ਬੇਬੀ ਕਿੱਥੇ ਆ? ਮੈਂ ਹੈਰਾਨ ਹੋ ਕੇ ਕਿਹਾ, ਦਿਸ਼ਾ ਬੇਬੀ ਤਾਂ ਇੱਥੇ ਨਹੀਂ। ਕਿਉਂ, ਕੁਝ ਹੋਇਆ? ਤੁਸੀਂ ਦਿਸ਼ਾ ਬੇਬੀ ਨੂੰ ਕਿਉਂ ਲੱਭ ਰਹੇ ਹੋ? ਉਹ ਆਪਣੇ ਮੰਮੀ ਪਾਪਾ ਨਾਲ ਬੰਗਲੇ 'ਚ ਸੁੱਤੀ ਪਈ ਹੋਵੇਗੀ। ਉਹ ਕਹਿਣ ਲੱਗੇ, ਦਿਸ਼ਾ ਬੇਬੀ ਕੁਝ ਦੇਰ ਪਹਿਲਾਂ ਆਪਣੇ ਮੰਮੀ ਪਾਪਾ ਨਾਲ ਸੌਂ ਰਹੀ ਸੀ, ਪਰ ਜਦੋਂ ਉਹਨਾਂ ਦੀ ਅੱਖ ਖੁੱਲ੍ਹੀ ਤਾਂ ਦਿਸ਼ਾ ਬੇਬੀ ਬੈੱਡ 'ਤੇ ਨਹੀਂ ਸੀ। ਬੰਗਲੇ ਵਿੱਚ ਵੀ ਲੱਭ ਰਹੇ ਸੀ, ਪਤਾ ਨਹੀਂ ਉਹ ਕਿੱਥੇ ਚਲੀ ਗਈ। ਉਹ ਹਰ ਸਮੇਂ ਤੇਰੇ ਨਾਲ ਰਹਿੰਦੀ ਆ, ਕਿਤੇ ਉਹ ਤੇਰੇ ਕੋਲ ਕੁਆਟਰ ਵਿੱਚ ਤਾਂ ਨਹੀਂ ਆਈ? ਮੈਂ ਕਿਹਾ, ਮੇਰਾ ਕੁਆਟਰ ਵਿੱਚ ਦੇਖ ਲਵੋ, ਇੱਥੇ ਕੋਈ ਵੀ ਨਹੀਂ। ਉਹਨਾਂ ਨੇ ਕੁਆਟਰ ਦੇ ਅੰਦਰ ਦੇਖਿਆ ਤਾਂ ਉਹਨਾਂ ਨੂੰ ਦਿਸ਼ਾ ਬੇਬੀ ਨਜ਼ਰ ਨਹੀਂ ਆਈ। ਉਹ ਕਾਫੀ ਦੇਰ ਤੱਕ ਕੁਆਟਰ ਦੇ ਅੰਦਰ ਦੇਖਦੇ ਰਹੇ। ਫਿਰ ਉਹਨਾਂ ਨੇ ਮੈਨੂੰ ਕਿਹਾ, ਚੱਲ ਸਾਡੇ ਨਾਲ ਦਿਸ਼ਾ ਬੇਬੀ ਨੂੰ ਲੱਭਣ ਵਿੱਚ ਸਾਡੀ ਮਦਦ ਕਰ। ਉਹ ਮੈਨੂੰ ਆਪਣੇ ਨਾਲ ਲੈ ਗਏ। ਉਧਰ ਬੰਗਲੇ ਵਿੱਚ ਮਾਲਕਣ ਰਾਹੁਲ ਤੇ ਵਿਵੇਕ ਮਾਲਕ ਬਹੁਤ ਪਰੇਸ਼ਾਨ ਸੀ। ਆਖਰਕਾਰ ਉਹਨਾਂ ਨੇ ਘਰ ਦੀ ਮਾਸੂਮ ਬੱਚੀ ਕਿੱਥੇ ਚਲੀ ਗਈ
ਰਾਤ ਦੇ ਸਮੇਂ ਉਹਨਾਂ ਦੇ ਨਾਲ ਹੀ ਸੌਂਦੀ ਸੀ, ਉਹਨਾਂ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਮੌਜੂਦ ਹੁੰਦੀ ਸੀ। ਉਹਨਾਂ ਨੂੰ ਮੇਰੇ 'ਤੇ ਕੋਈ ਵੀ ਸ਼ੱਕ ਨਹੀਂ ਸੀ। ਕੁਝ ਦੇਰ ਦੇ ਲਈ ਮੈਂ ਵੀ ਇਹ ਭੁੱਲ ਗਿਆ ਕਿ ਮੈਂ ਦਿਸ਼ਾ ਬੇਬੀ ਨੂੰ ਆਪਣੇ ਬੈੱਡ ਦੇ ਹੇਠਾਂ ਛੁਪਾ ਦਿੱਤਾ, ਪਰ ਮੈਂ ਜਿਵੇਂ ਕਿਵੇਂ ਕਰਕੇ ਦਿਸ਼ਾ ਬੇਬੀ ਨੂੰ ਆਪਣੇ ਕੁਆਟਰ ਵਿੱਚੋਂ ਬਾਹਰ ਕੱਢਣਾ ਸੀ, ਕਿਉਂਕਿ ਜੇ ਮੈਂ ਉਸ ਨੂੰ ਉੱਥੇ ਨਾ ਕੱਢਦਾ ਤਾਂ ਮੇਰੇ ਲਈ ਬਹੁਤ ਵੱਡੀ ਮੁਸੀਬਤ ਹੋ ਜਾਣੀ ਸੀ। ਕਿਉਂਕਿ ਅਜੇ ਤਾਂ ਮੈਂ ਉਸ ਦੇ ਨਾਲ ਕੁਝ ਵੀ ਨਹੀਂ ਕੀਤਾ ਸੀ, ਬਿਨਾਂ ਕੁਝ ਕੀਤੇ ਹੀ ਹੰਗਾਮਾ ਹੋ ਗਿਆ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੇ ਪੂਰੇ ਪਲਾਨ 'ਤੇ ਪਾਣੀ ਫਿਰ ਜਾਵੇਗਾ। ਮੈਂ ਅਫਸੋਸ ਕਰਨ ਦੇ ਇਲਾਵਾ ਕੁਝ ਵੀ ਨਹੀਂ ਕਰ ਸਕਦਾ ਸੀ। ਸਾਰੀ ਰਾਤ ਘਰ ਦੇ ਨੌਕਰ ਤੇ ਗਾਰਡ ਦਿਸ਼ਾ ਬੇਬੀ ਨੂੰ ਇੱਧਰ ਉੱਧਰ ਲੱਭ ਰਹੇ ਸੀ। ਫਿਰ ਉਹ ਬੰਗਲੇ ਤੋਂ ਬਾਹਰ ਨਿਕਲ ਕੇ ਆਸ-ਪਾਸ ਦੇ ਮੁਹੱਲੇ 'ਚ ਦੇਖਣ ਲੱਗ ਗਏ। ਜਦੋਂ ਮੈਂ ਦੇਖਿਆ ਕਿ ਲਗਭਗ ਘਰ ਦੇ ਸਾਰੇ ਹੀ ਮੈਂਬਰ ਦਿਸ਼ਾ ਬੇਬੀ ਨੂੰ ਲੱਭਣ ਦੇ ਲਈ ਘਰ ਤੋਂ ਬਾਹਰ ਚਲੇ ਗਏ ਆ, ਤਾਂ ਮੇਰੇ ਕੋਲ ਇਹ ਮੌਕਾ ਬਹੁਤ ਵਧੀਆ ਸੀ ਤੇ ਅਜੇ ਸਵੇਰ ਵੀ ਨਹੀਂ ਹੋਈ ਸੀ। ਮੈਂ ਦਿਸ਼ਾ ਬੇਬੀ ਨੂੰ ਸਮਝਾ ਕੇ ਕਿਸੇ ਵੀ ਤਰ੍ਹਾਂ ਕਮਰੇ ਵਿੱਚ ਭੇਜਣਾ ਚਾਹੁੰਦਾ ਸੀ। ਜਿਵੇਂ ਹੀ ਮੈਂ ਕੁਆਟਰ ਦੇ ਅੰਦਰ ਆਇਆ, ਮੈਂ ਬੈੱਡ ਦੇ ਹੇਠਾਂ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਉਹ ਬੈੱਡ ਦੇ ਹੇਠਾਂ ਆਰਾਮ ਨਾਲ ਸੌਂ ਰਹੀ ਸੀ। ਮੈਂ ਉਸ ਨੂੰ ਬਾਹਰ ਕੱਢਿਆ, ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੀਆਂ ਅੱਖਾਂ ਤਾਂ ਖੁੱਲ੍ਹ ਹੀ ਨਹੀਂ ਰਹੀਆਂ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਆਖਰਕਾਰ ਦਿਸ਼ਾ ਬੇਬੀ ਦੇ ਨਾਲ ਕੀ ਹੋਇਆ, ਉਹ ਹੋਸ਼ 'ਚ ਕਿਉਂ ਨਹੀਂ ਆ ਰਹੀ। ਫਿਰ ਮੈਨੂੰ ਯਾਦ ਆਇਆ ਕਿ ਮੈਂ ਦਿਸ਼ਾ ਬੇਬੀ ਨੂੰ ਨੀਂਦ ਦੀ ਦਵਾਈ ਦਿੱਤੀ ਆ, ਉਹ ਸਵੇਰ ਹੋਣ ਤੋਂ ਪਹਿਲਾਂ ਹੋਸ਼ ਵਿੱਚ ਨਹੀਂ ਆ ਸਕਦੀ। ਇਸ ਦਾ ਮਤਲਬ ਇਹ ਕਿ ਇਸ ਸਮੇਂ ਬਿਲਕੁਲ ਬੇਹੋਸ਼ ਆ। ਦਿਸ਼ਾ ਬੇਬੀ ਗਾਇਬ ਹੋਈ ਸੀ। ਇਸ ਗੱਲ ਦੇ ਬਾਰੇ ਕਿਸੇ ਨੂੰ ਪਤਾ ਚੱਲ ਗਿਆ ਕਿ ਮੇਰੇ ਕੁਆਟਰ ਵਿੱਚ ਆ ਤਾਂ ਸਭ ਨੂੰ ਯਕੀਨ ਹੋ ਜਾਵੇਗਾ ਕਿ ਮੈਂ ਉਸ ਦੇ ਨਾਲ ਇਹ ਸਭ ਕਰਕੇ ਆਪਣੇ ਕੁਆਟਰ 'ਚ ਰੱਖਿਆ। ਇਸ ਲਈ ਮੈਂ ਸਭ ਦਾ ਧਿਆਨ ਹਟਦੇ ਹੀ ਚੁੱਪਚਾਪ ਦਿਸ਼ਾ ਬੇਬੀ ਨੂੰ ਗੋਦੀ 'ਚ ਚੁੱਕ ਕੇ ਗਾਰਡਨ ਵਿੱਚ ਲਿਜਾ ਕੇ ਪੌਦਿਆਂ ਦੇ ਪਿੱਛੇ ਲਿਟਾ ਦਿੱਤਾ, ਕਿਉਂਕਿ ਬੰਗਲੇ ਦੇ ਅੰਦਰ ਨੈਣਾ ਮਾਲਕਣ ਮੌਜੂਦ ਸੀ ਤੇ ਉਹਨਾਂ ਦੇ ਸਾਹਮਣੇ ਬੰਗਲੇ ਦੇ ਅੰਦਰ ਨਹੀਂ ਲਿਜਾ ਸਕਦਾ ਸੀ। ਫਿਰ ਮੈਂ ਚੁੱਪਚਾਪ ਬਾਕੀ ਲੋਕਾਂ ਦੇ ਨਾਲ ਸ਼ਾਮਲ ਹੋ ਗਿਆ। ਕਿਸੇ ਨੂੰ ਵੀ ਮੇਰੇ 'ਤੇ ਕੋਈ ਸ਼ੱਕ ਨਹੀਂ ਸੀ। ਜਦੋਂ ਰੌਸ਼ਨੀ ਹੋਈ ਤਾਂ ਕਿਸੇ ਦੀ ਨਜ਼ਰ ਗਾਰਡਨ 'ਚ ਪਈ, ਫਿਰ ਦਿਸ਼ਾ ਬੇਬੀ 'ਤੇ ਗਈ ਤੇ ਉੱਥੇ ਹੰਗਾਮਾ ਮੱਚ ਗਿਆ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਕਿਤੇ ਹੋਸ਼ ਵਿੱਚ ਆਉਣ ਤੋਂ ਬਾਅਦ ਦਿਸ਼ਾ ਬੇਬੀ ਆਪਣੀ ਮੰਮੀ ਪਾਪਾ ਨੂੰ ਮੇਰੇ ਬਾਰੇ ਨਾ ਦੱਸ ਦੇਵੇ ਕਿ ਉਹ ਮੇਰੇ ਕੁਆਟਰ 'ਚ ਆਈ ਸੀ। ਫਿਰ ਪਤਾ ਨਹੀਂ ਮੇਰਾ ਕੀ ਹੋਵੇਗਾ। ਮੈਂ ਆਪਣੀ ਇਸ ਹਰਕਤ ਦੀ ਵਜ੍ਹਾ ਨਾਲ ਬਹੁਤ ਡਰ ਰਿਹਾ ਸੀ, ਕਿਉਂਕਿ ਮੈਂ ਬਹੁਤ ਘਟੀਆ ਹਰਕਤ ਕੀਤੀ ਸੀ ਤੇ ਬਹੁਤ ਵੱਡੀ ਮੁਸੀਬਤ ਵਿੱਚ ਫਸ ਗਿਆ ਸੀ। ਇਹ ਲੋਕ ਮੈਨੂੰ ਜੇਲ੍ਹ ਵੀ ਭੇਜ ਸਕਦੇ ਸੀ। ਭਾਵੇਂ ਮੈਂ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ, ਪਰ ਉਸ ਨੂੰ ਹੋਸ਼ ਨਹੀਂ ਆ ਰਹੀ ਸੀ। ਜਿਵੇਂ ਹੀ ਮੈਂ ਉਸ ਨੂੰ ਗਾਰਡਨ ਵਿੱਚ ਲਿਟਾਇਆ ਸੀ, ਉਹ ਉਸੇ ਤਰ੍ਹਾਂ ਪਈ ਸੀ। ਅਜੇ ਤੱਕ ਉਸ ਨੂੰ ਹੋਸ਼ ਨਹੀਂ ਆਇਆ ਸੀ। ਉਸ ਨੂੰ ਫੌਰਨ ਹਸਪੀਟਲ 'ਚ ਐਡਮਿਟ ਕਰਵਾਇਆ ਗਿਆ। ਡਾਕਟਰ ਨੇ ਦੱਸਿਆ ਕਿ ਉਸ ਨੇ ਡਰੱਗਸ ਦੀ ਹੈਵੀ ਡੋਜ਼ ਦਿੱਤੀ ਗਈ ਆ। ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਂ ਉਸ ਨੂੰ ਡਰੱਗਸ ਨਹੀਂ ਦਿੱਤੀ ਸੀ। ਮਾਸੂਮ ਬੱਚੀ ਸੀ। ਜ਼ਿਆਦਾ ਡਰੱਗਸ ਮਿਲਣ ਦੀ ਵਜ੍ਹਾ ਕਰਕੇ ਹੋਸ਼ ਵਿੱਚ ਨਹੀਂ ਆ ਰਹੀ ਸੀ। ਡਾਕਟਰ ਨੇ ਕਿਹਾ ਕਿ ਜੇ ਦਿਸ਼ਾ 24 ਘੰਟੇ ਵਿੱਚ ਹੋਸ਼ ਵਿੱਚ ਨਾ ਆਈ ਤਾਂ ਇਹ ਕੋਮਾ 'ਚ ਜਾ ਸਕਦੀ ਆ। ਘਰ ਦੇ ਸਾਰੇ ਮੈਂਬਰ ਬੁਰੀ ਤਰ੍ਹਾਂ ਰੋ ਰਹੇ ਸੀ। ਕੋਈ ਨਹੀਂ ਜਾਣਦਾ ਸੀ ਕਿ ਰਾਤ ਦੇ ਸਮੇਂ ਉਹਨਾਂ ਦੀ ਬੇਟੀ ਨਾਲ ਕੀ ਹੋਇਆ, ਪਰ ਮੈਂ ਸਭ ਕੁਝ ਜਾਣਦਾ ਸੀ। ਪਰ ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਡਰੱਗਸ ਦਿਸ਼ਾ ਬੇਬੀ ਨੂੰ ਕਿਸ ਨੇ ਦਿੱਤੀ। ਮੈਂ ਤਾਂ ਉਸ ਨੂੰ ਨੀਂਦ ਦੀ ਦਵਾਈ ਦਿੱਤੀ ਸੀ। ਮੈਨੂੰ ਯਾਦ ਆਇਆ ਕਿ ਨੀਂਦ ਦੀ ਦਵਾਈ ਤਾਂ ਮੈਂ ਮੈਡੀਕਲ ਸਟੋਰ ਤੋਂ ਲੈ ਕੇ ਆਇਆ ਸੀ ਤੇ ਅੱਜ ਕੱਲ੍ਹ ਸਾਡੇ ਸ਼ਹਿਰ ਵਿੱਚ ਡਰੱਗਸ ਬਹੁਤ ਸਪਲਾਈ ਕੀਤੀ ਜਾਂਦੀ ਸੀ। ਕਿਤੇ ਅਜਿਹਾ ਤਾਂ ਨਹੀਂ ਕਿ ਮੈਡੀਕਲ ਸਟੋਰ ਵਾਲੇ ਨੇ ਮੈਨੂੰ ਗਲਤੀ ਨਾਲ ਨੀਂਦ ਦੀ ਦਵਾਈ ਦੀ ਤੇ ਜਗ੍ਹਾ ਡਰੱਗਸ ਦੀਆਂ ਗੋਲੀਆਂ ਦੇ ਦਿੱਤੀਆਂ ਹੋਣ। ਇਸ ਬਾਰੇ ਸੋਚ ਕੇ ਮੇਰੇ ਰੌਂਗਟੇ ਖੜੇ ਹੋ ਗਏ। ਹੁਣ ਮੈਨੂੰ ਦਿਸ਼ਾ ਬੇਬੀ ਦੀ ਬਹੁਤ ਫਿਕਰ ਹੋਣ ਲੱਗ ਗਈ। ਮੈਂ ਆਪਣੇ ਆਪ 'ਤੇ ਅਫਸੋਸ ਕਰ ਰਿਹਾ ਸੀ ਕਿ ਜਿਸ ਪਰਿਵਾਰ ਨੇ ਮੈਨੂੰ ਇੰਨਾ ਪਿਆਰ ਦਿੱਤਾ, ਮੇਰੇ 'ਤੇ ਇੰਨਾ ਭਰੋਸਾ ਕੀਤਾ, ਆਪਣੀ ਬੇਟੀ ਨੂੰ ਮੇਰੇ ਭਰੋਸੇ ਛੱਡਿਆ ਤੇ ਮੈਂ ਘਟੀਆ ਇਨਸਾਨ ਨੇ ਉਹਨਾਂ ਦੀ ਮਾਸੂਮ ਬੇਟੀ ਦੇ ਨਾਲ ਗਲਤ ਕਰਨ ਲੱਗਿਆ। ਇੱਕ ਵਾਰ ਵੀ ਨਹੀਂ ਸੋਚਿਆ ਉਹ ਵਿਚਾਰੀ ਮੇਰੀ ਵਜ੍ਹਾ ਕਰਕੇ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਹੀ ਆ। ਮੈਨੂੰ ਆਪਣੇ ਆਪ 'ਤੇ ਬਹੁਤ ਹੀ ਗੁੱਸਾ ਆ ਰਿਹਾ ਸੀ। ਉਹ ਲੋਕ ਬਹੁਤ ਚੰਗੇ ਸੀ। ਕਦੇ ਉਹਨਾਂ ਨੇ ਮੈਨੂੰ ਆਪਣਾ ਨੌਕਰ ਨਹੀਂ ਸਮਝਿਆ ਸੀ ਤੇ ਨਾ ਹੀ ਉਹਨਾਂ ਲੋਕਾਂ ਦਾ ਬਿਹੇਵੀਅਰ ਕਿਸੇ ਹੋਰ ਨੌਕਰ ਨਾਲ ਗਲਤ ਹੁੰਦਾ ਸੀ। ਇੱਥੋਂ ਤੱਕ ਕਿ ਦਿਸ਼ਾ ਬੇਬੀ ਵੀ ਮੈਨੂੰ ਆਪਣਾ ਦੋਸਤ ਤੇ ਭਰਾ ਮੰਨਦੀ ਸੀ। ਫਿਰ ਵੀ ਮੈਂ ਇਹ ਸਭ ਕੁਝ ਕੀਤਾ। ਦਿਸ਼ਾ ਬੇਬੀ ਦੇ ਮੰਮੀ ਪਾਪਾ ਦਾ ਰੋਣਾ ਮੇਰੇ ਤੋਂ ਦੇਖਿਆ ਨਹੀਂ ਜਾ ਰਿਹਾ ਸੀ। ਉਹ ਆਪਣੀ ਇਕਲੌਤੀ ਬੇਟੀ ਦੇ ਲਈ ਬਹੁਤ ਤੜਫ ਰਹੇ ਸੀ। ਉਹਨਾਂ ਦਾ ਬਹੁਤ ਬੁਰਾ ਹਾਲ ਸੀ। ਇਹ ਸਭ ਦਾ ਜ਼ਿੰਮੇਵਾਰ ਮੈਂ ਹੀ ਸੀ। ਮੈਂ ਰੋਂਦਾ ਹੋਇਆ ਰੱਬ ਅੱਗੇ ਪ੍ਰਾਰਥਨਾ ਕਰ ਰਿਹਾ ਸੀ ਕਿ ਕਿਸੇ ਵੀ ਤਰ੍ਹਾਂ ਦਿਸ਼ਾ ਬੇਬੀ ਦੀ ਜਾਨ ਬਚ ਜਾਵੇ। ਮੈਂ ਕਦੇ ਵੀ ਦਿਸ਼ਾ ਬੇਬੀ ਦਾ ਕਿ ਕਿਸੇ ਹੋਰ ਦੇ ਨਾਲ ਵੀ ਕੁਝ ਗਲਤ ਨਹੀਂ ਕਰਨ ਬਾਰੇ ਸੋਚਾਂਗਾ। ਮੈਂ ਆਪਣੀਆਂ ਗਲਤੀਆਂ ਲਈ ਬੇਹੱਦ ਮਾफ़ੀ ਮੰਗ ਰਿਹਾ ਸੀ। ਮੈਂ ਸ਼ਾਇਦ ਸਹੀ ਸਮੇਂ 'ਤੇ ਆਪਣੇ ਪਾਪਾਂ ਦੀ ਮਾफ़ੀ ਮੰਗ ਲਈ ਸੀ। ਇਸ ਲਈ ਉੱਪਰ ਵਾਲੇ ਨੇ ਦਿਸ਼ਾ ਬੇਬੀ ਦੀ ਜ਼ਿੰਦਗੀ ਬਖਸ਼ ਦਿੱਤੀ, ਕਿਉਂਕਿ ਦਿਸ਼ਾ ਬੇਬੀ ਹੋਸ਼ 'ਚ ਆ ਗਈ। ਪਰ ਡਾਕਟਰ ਨੇ ਦੱਸਿਆ ਕਿ ਦਿਸ਼ਾ ਬੇਬੀ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੀ ਆ। ਉਸ ਦੇ ਨਾਲ ਜੋ ਕੁਝ ਵੀ ਹੋਇਆ ਉਸ ਨੂੰ ਕੁਝ ਵੀ ਯਾਦ ਨਹੀਂ, ਬਲਕਿ ਉਹ ਗੁੰਮਸੁੰਮ ਹੀ ਰਹਿੰਦੀ ਆ। ਕਾਫੀ ਸਮੇਂ ਤੱਕ ਉਸ ਦਾ ਇਲਾਜ ਚੱਲਿਆ। ਦਿਸ਼ਾ ਬੇਬੀ
ਲਈ ਉਸ ਦੇ ਪਰਿਵਾਰ ਵਾਲੇ ਬਹੁਤ ਪਰੇਸ਼ਾਨ ਰਹਿੰਦੇ। ਆਖਰਕਾਰ ਉਹ ਘਰ ਦੀ ਰੌਣਕ ਸੀ। ਉਸ ਦੀ ਇਸ ਹਾਲਤ ਦੀ ਜ਼ਿੰਮੇਵਾਰ ਮੈਂ ਹੀ ਸੀ। ਹੌਲੀ ਹੌਲੀ ਮੈਂ ਦਿਸ਼ਾ ਬੇਬੀ ਦੀ ਦਿਨ ਰਾਤ ਸੇਵਾ ਕੀਤੀ ਤੇ ਉਹ ਠੀਕ ਹੋ ਗਈ, ਪਰ ਉਸ ਰਾਜ ਬਾਰੇ ਕਦੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ। ਇਸ ਤਰ੍ਹਾਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋਇਆ ਤੇ ਮੈਂ ਇਹ ਫੈਸਲਾ ਕਰ ਲਿਆ ਕਿ ਮੈਂ ਕਦੇ ਵੀ ਕਿਸੇ ਦਾ ਭਰੋਸਾ ਨਹੀਂ ਤੋੜਾਂਗਾ। ਅੱਜ ਮੈਨੂੰ ਉਸ ਘਰ 'ਚ ਰਹਿੰਦੇ ਹੋਏ 20 ਸਾਲ ਹੋ ਗਏ ਆ। ਮੇਰੇ ਤਿੰਨ ਬੇਟੀਆਂ। ਮੈਂ ਆਪਣੀਆਂ ਬੇਟੀਆਂ ਨੂੰ ਘਰ ਤੋਂ ਭੇਜਣ ਸਮੇਂ ਆਪਣੀ ਉਸ ਗਲਤੀ ਬਾਰੇ ਸੋਚ ਲੈਂਦਾ ਕਿ ਜੋ ਮੈਂ ਵੀ ਕੀਤੀ ਸੀ। ਮੈਨੂੰ ਹਮੇਸ਼ਾ ਡਰ ਰਹਿੰਦਾ ਕਿ ਕਿਤੇ ਮੇਰੀਆਂ ਬੇਟੀਆਂ ਨਾਲ ਵੀ ਅਜਿਹਾ ਗਲਤ ਨਾ ਹੋ ਜਾਵੇ। ਮੈਂ ਦਿਲ ਤੋਂ ਆਪਣੀ ਗਲਤੀ ਲਈ ਬਹੁਤ ਸ਼ਰਮਿੰਦਾ। ਮੈਂ ਰੱਬ ਅੱਗੇ ਇਹੀ ਪ੍ਰਾਰਥਨਾ ਕਰਦਾ ਕਿ ਮੈਨੂੰ ਮੇਰੀ ਉਸ ਗਲਤੀ ਦੀ ਸਜ਼ਾ ਕਦੇ ਪਲਟ ਕੇ ਨਾ ਮਿਲੇ। ਸੋ ਦੋਸਤੋ, ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।